ते वेदन ते पहे त्यागी। ਉਹ ਵੇਦਾਂ ਦੇ ਵੀ ਤਿਆਗੀ ਨੇ, ਵੇਦ ਦੀ ਹਰੇਕ ਗੱਲ ਨਹੀਂ ਮੰਨਦੇ ਉਹ। ਗੁਰਬਾਣੀ ਵਾਲੇ ਅਸੀਂ ਚਾਰਾਂ ਵੇਦਾਂ ਨੂੰ ਜ਼ਰੂਰ ਮੰਨਦੇ ਹਾਂ, ਪਰ ਸੰਸਾਰੀ ਕੰਮਾਂ ਦੀ ਵੀ ਉਹਦੇ ਚੈਨਲ ਸਾਰੀ। ਅਸੀਂ ਵੇਦਾਂ ਦੇ ਬਿਲਕੁਲ ਅੰਨੇ ਹੋ ਕੇ ਮਗਰ ਨਹੀਂ ਹੈਗੇ। ਅਸੀਂ ਤਾਂ ਇਹ ਮੰਨਦੇ ਵੇਦ ਵਿੱਚ ਬ੍ਰਹਮ ਗਿਆਨ ਵਾਸਤੇ ਵੀ ਜਗ੍ਹਾ ਦਿੱਤੀ ਹੋਈ ਹੈ। ਬਾਕੀ ਜਿਹੜੀ ਇਹ ਸੰਸਾਰੀ ਨਹੀਂ ਰਿਹਾ। ਅਸੀਂ ਵੇਦਾਂ ਦੇ ਅੰਨੇ ਹੋ ਕੇ ਉਪਾਸ਼ਕ ਨਹੀਂ ਅਸੀਂ ਹੈਗੇ, ਵੇਦਾਂ ਦੇ ਤਿਆਗੀ ਹਾਂ ਅਸੀਂ। ਤੇ ਵੇਦਨ ਕੇ ਪਏ ਤਿਆਗੀ, ਵੇਦਾਂ ਦੀ ਹਰੇਕ ਗੱਲ ਦੀ ਪਰਵਾਹ ਨਹੀਂ ਕਰਦੇ ਹੋ। ਆਪਣੇ ਗੱਲ ਦੀ ਦੇਖੋ ਨਾ, ਲੱਸੀ ਵਿੱਚ ਘਿਓ ਆ ਗਿਆ, ਮੱਖਣ ਆ ਗਿਆ, ਲੱਸੀ ਚ ਮੱਖਣ ਕੱਢ ਲੈਣਾ। ਉਹ ਵੇਦ ਤਾਂ ਲੱਸੀ ਨੇ ਡਿੜ ਕੇ ਮੱਖਣ ਅਸੀਂ ਕੱਢ ਲਿਆ, ਬਾਕੀ ਲੱਸੀ ਹੈ। ਲੱਸੀ ਪੀਓ, ਸੰਸਾਰ ਸਾਰ ਪੀਏ, ਸੰਸਾਰ। ਅਸੀਂ ਉਹ ਜੋ ਮੱਖਣ ਕੱਢ ਲਿਆ ਵੇਦਾਂ ਚੋਂ, ਸੰਤੋਂ ਮੱਖਣ ਖਾਇਆ, ਛਾਛ ਪੀਏ ਸੰਸਾਰ। ਤਿੰਨ ਲੋਕ ਆ, ਛਾਛ ਪੀਏ। ਅਸੀਂ ਮੱਖਣ ਦੇ ਗਾਹਕ ਹਾਂ, ਚੋਂ ਲੱਸੀ ਦੇ ਗਾਹਕ ਨਹੀਂ ਹੈਗੇ। ਹਾਂਜੀ, ਜਿਨ ਮਤ ਵੇਦ ਕਤੇਬਨ ਤਿਆਗੀ। ਜਿਨ੍ਹਾਂ ਨੇ ਵੇਦ ਔਰ ਕਤੇਬ ਦੀ ਮਤ ਤਿਆਗਤੀ, ਪਾਰ ਬ੍ਰਹਮ ਕੇ ਭਏ ਅਨੁਰਾਗੀ। ਉਹ ਪਾਰ ਬ੍ਰਹਮ ਦੇ ਅਨੁਰਾਗੀ ਨੇ, ਪਾਰ ਬ੍ਰਹਮ ਦੇ ਪਿੱਛੇ ਨੇ। ਉਹਨਾਂ ਦੇ ਅੰਦਰ ਪਾਰ ਬ੍ਰਹਮ ਦੀ ਧੁਨ ਵੱਜਦੀ ਹੈ। ਉਹ ਪਾਰ ਬ੍ਰਹਮ ਦੇ ਭਾਣੇ ਚੱਲਦੇ ਨੇ, ਅਨੁਰਾਗੀ ਅਨੁਸਾਰੀ ਨੇ। ਤਿਨ ਕੇ ਗੂੜ ਮਤ ਜੇ ਚਲਹੀ, ਭਾਂਤ ਅਨੇਕ ਦੁਖਣ ਸੋ ਦਲਹੀ। ਅਨੁਰਾਗੀ ਨੇ, ਅਨੁਰਾਗੀ ਹੋਣਾ। ਅਸੀਂ ਰਾਗੀ ਨਹੀਂ ਸੀ ਹੋਣਾ, ਇਹ ਰਾਗੀ ਬਣੇ ਫਿਰਦੇ ਨੇ। ਰਾਗੀ ਤਾਂ ਬਾਂਸ ਬਣ ਜਾਂਦੇ ਹੁੰਦੇ ਨੇ, ਇਹ ਰਾਗ ਹੈ ਜਿਹਨੇ ਬਾਂਸ ਬਣਾਤੇ। ਅਨੁਰਾਗੀ ਹੈ ਥੱਲੇ ਨੂੰ ਵੱਧਦਾ, ਜ਼ਮੀਨ ਚ ਨੂੰ ਨੀਵੇਂ ਤੇ ਨੀਵਾ ਜਾਂਦਾ, ਥੱਲੇ ਨੂੰ ਬਾਣੀ ਦੀ ਗਹਿਰਾਈ ਚ ਨੂੰ ਜਾਂਦਾ, ਗੁਰਬਾਣੀ ਦੇ ਅਰਥਾਂ ਦੀ ਗਹਿਰਾਈ ਚ ਨੂੰ ਜਾਂਦਾ। ਅਨੁਰਾਗੀ ਹੈ ਜਿਹੜਾ ਖੋਜੀ ਹੈ। ਰਾਗੀ ਆ ਬਾਂਸ ਵੱਧਦਾ ਉੱਤੇ ਨੂੰ, ਬਾਂਸ ਬੜਾਈ ਮੁੰਡਿਆ। ਇਹ ਰਾਗੀ ਹੈ ਤਾਂ ਬਾਂਸ ਬਣ ਗਿਆ। ਇੱਕ ਤਾਂ ਰਾਗੀ ਸੀ, ਇੱਕ ਜਾਇਦਾਰ ਅਕਾਲ ਤਖਤ ਦਾ ਬਣਾਤਾ, ਬਾਂਸ ਤਾਂ ਬਣ ਗਿਆ। ਉਹਦਾ ਪਹਿਲਾਂ ਹੀ ਮਾਨ ਨਹੀਂ ਸੀ, ਫਿਰ ਜਾਇਦਾਰ ਬਣਾਤਾ। ਤੁਸੀਂ ਕਮਲ ਕੀਤਾ। ਤੁਹਾਨੂੰ ਉਹਨੇ ਕੀ ਸਮਝੇ? ਤੁਹਾਨੂੰ ਕੀ ਸਮਝੇ? ਕਿਉਂ ਸਮਝੇ? ਮੂਰਖ ਤਾਂ ਤੁਸੀਂ ਸੀ ਜਿਨ੍ਹਾਂ ਨੇ ਪਛਾਣਿਆ ਨਹੀਂ ਕੀ ਹੈ। ਕਰਨੀ ਦਾ ਫਲ ਪਾਓ। ਬਾਂਸ ਕੀ ਛਾਂ ਦੇ ਦੂਗਾ। ਹਾਂ, ਬਾਂਸ ਛਾਂ ਦੇ ਦੂ ਤੁਹਾਨੂੰ। ਤਿਨਕੇ ਗੂੜ ਅਸੀਂ ਲਵਾਂਗੇ ਤੇ ਕੰਮ, ਅਸੀਂ ਇਹਦੇ ਵੀ ਕੰਮ ਲੈ ਲੈਣਾ। ਬਾਂਸ ਵੱਢ ਕੇ ਛੱਪਰ ਪਾਲੀ ਦਾ, ਬਾਂਸ ਵੱਢ ਕੇ ਛੱਪਰ ਪਾਲੀ ਦਾ ਹੁੰਦਾ। ਜਿਹੜੇ ਨੂੰ ਵੱਢਣ ਜਾਣਦੇ ਉਹ ਕੰਮ ਲੈ ਲੈਣਗੇ। ਹਾਂਜੀ, ਤਿਨਕੇ ਗੂੜ ਮਤ ਜੇ ਚਲਹੀ। ਜਿਹੜੇ ਉਹਨਾਂ ਦੀ ਗੂੜ ਮਤ ਚੱਲਦੇ ਨੇ ਨਾ, ਭਾਂਤ ਅਨੇਕ ਦੁਖਣ ਸੋ ਦਲਹੀ। ਗੂੜ ਮਤ ਕਿਹਦੀ ਹੈ? ਸਿਮਰਤ ਸ਼ਾਸਤਰਾਂ ਦੀ ਗੂੜ ਮਤਾਂ ਨੇ। ਹਾਂ, ਪਾਰ ਬ੍ਰਹਮ ਕੇ ਭਏ ਅਨੁਰਾਗੀ। ਤਿਨਕੇ ਗੂੜ ਮਤ ਜੇ ਚਲਹੀ, ਭਾਂਤ ਅਨੇਕ ਦੁਖਣ ਸੋ ਦਲਹੀ। ਹਾਂ, ਠੀਕ ਹੈ, ਠੀਕ। ਜਿਹੜੇ ਪਾਰ ਬ੍ਰਹਮ ਦੀ ਕਿਰਿਆ, ਪਾਰ ਬ੍ਰਹਮ ਦੇ ਅਨੁਰਾਗੀ ਨੇ, ਉਹ ਸਾਰੇ ਆਪਣੇ ਦੁੱਖਾਂ ਨੂੰ ਨਾਸ ਕਰ ਲੈਂਦੇ ਨੇ। ਜਿਹੜੇ ਆਪਣੇ ਦੁੱਖ ਨੇ ਨਾ, ਉਹਨਾਂ ਦੇ ਕਿਸੇ ਪ੍ਰਕਾਰ ਦਾ ਵੀ ਦੁੱਖ ਹੋਵੇ, ਉਹਨਾਂ ਦੇ ਉਹ ਖਤਮ ਕਰ ਦਿੰਦੇ ਨੇ ਦੁੱਖਾਂ ਨੂੰ। ਆਪਣੇ ਦੁੱਖਾਂ ਨੂੰ ਖਤਮ ਕਰ ਲੈਂਦੇ ਨੇ, ਦੂਏ ਦਾ ਨਹੀਂ ਕਰ ਸਕਦੇ ਦੁੱਖ ਖਤਮ। ਉਹ ਦੁੱਖ ਨੂੰ ਦੁੱਖ ਨਹੀਂ ਮੰਨਦੇ, ਸੁੱਖ ਨੂੰ ਸੁੱਖ ਨਹੀਂ ਮੰਨਦੇ। ਆਹੀ ਦਾ ਲਈ ਆ, ਉਹ ਦਾ ਲਈ ਕੁਛ ਨਹੀਂ। ਜੋ ਨਾਲ ਸੁੱਖ ਮੇ ਸੁੱਖ ਨਹੀਂ ਮੰਨੇ, ਦੁੱਖ ਮੇ ਦੁੱਖ ਨਹੀਂ ਮੰਨੇ, ਸੁੱਖ ਸਨੇ ਔਰ ਭੈਰੀ ਜਾ ਕੇ ਕੰਜਰ ਮਾਟੀ ਮੰਨੇ। ਉਹ ਗੱਲ ਕਹਿ ਰਹੇ ਨੇ, ਹੁਕਮ ਦੇ ਅਨੁਸਾਰ ਹੀ ਉਹ ਗੱਲ ਕਹਿ ਰਹੇ ਨੇ। ਉਹ ਨੌਵੇਂ ਪਾਤਸ਼ਾਹ ਦਾ ਜਿਹੜਾ ਸ਼ਬਦ ਹੈ ਨਾ, ਉਸੇ ਦੀ ਵਿਆਖਿਆ ਹੈ। ਜੇ ਸਹਿਤ ਜਾਤਨ ਸੰਦੇਹੀ, ਪ੍ਰਭ ਕੋ ਸੰਗ ਨ ਛੋੜਤ ਨੇਹ। ਜੇ ਸਹਿਤ ਜਾਤਨ ਸੰਦੇਹ, ਜਾਤਨ ਸੰਦੇਹ, ਜਿਨ੍ਹਾਂ ਨੇ ਅੱਜ ਸੰਦੇਹ ਛੱਡਤਾ ਨੇ, ਸ਼ੰਕਾ ਤਿਆਗ ਦਿੱਤੀ।
ਹਾਂ ਪ੍ਰਭ ਕੋ ਸੰਗ ਨ ਛਾੜ ਛੋੜਤ ਨੇ। ਆ ਜਿਹੜੀ ਜਾਤ ਪਾਤ ਦੀ ਸ਼ੰਕਾ ਜਿਨ੍ਹਾਂ ਨੇ ਛੱਡ ਦਿੱਤੀ ਨਾ, ਜਾਤ ਪਾਤ ਦੀ ਸ਼ੰਕਾ ਨਹੀਂ ਪਈ ਹੋਈ, ਊਚ ਨੀਚ ਦੀ ਸ਼ੰਕਾ ਜਿਨ੍ਹਾਂ ਨੇ ਤਿਆਗ ਦਿੱਤੀ, ਉਹ ਪ੍ਰਭ ਦਾ ਸੰਗ ਨਹੀਂ ਛੱਡ ਸਕਦੇ। ਜਿਨ੍ਹਾਂ ਨੇ ਸਰੀਰ ਹੈ ਨਾ, ਜਿਹੜਾ ਸਰੀਰ ਹੈ ਜਾਤ ਹੈ, ਇਹ ਸਮਝ ਕੇ ਜਾਤ ਦਾ ਸੰਗ ਛੱਡ ਦਿੱਤਾ, ਸਰੀਰ ਦਾ ਸੰਗ ਛੱਡਤਾ। ਪ੍ਰਭ ਕੋ ਸੰਗ ਨ ਛੋੜਤ ਨੇ। ਉਹ ਫਿਰ ਨਾਮ ਦਾ ਸੰਗ ਨਹੀਂ ਛੱਡਦੇ ਹੁੰਦੇ, ਸਰੀਰ ਦਾ ਮਾਇਆ ਦਾ ਸਾਥ ਛੱਡਤਾ, ਉਹ ਅੰਤਰਾਤਮਾ ਦਾ ਸਾਥ ਨਹੀਂ ਛੱਡਦੇ ਹੁੰਦੇ। ਤਿਰਕੁਟੀ ਛੱਡੇ ਬਿਨਾਂ ਸਰੀਰ ਨਹੀਂ ਛੱਡ ਹੁੰਦਾ। ਤਿਰਕੁਟੀ ਛੁੱਟੇ ਦਸਵਾਂ ਦਾਰ ਖੁੱਲੇ। ਤਿਰਕੁਟੀ ਸੋਚਣਾ ਛੱਡ ਦਿੱਤਾ, ਵਿਚਾਰਨਾ ਛੱਡਤਾ, ਸਮਝਿਆ ਨਹੀਂ? ਆਪਣੀ ਮਰਜ਼ੀ ਛੱਡਤੀ। ਜਿਹਨੂੰ ਤਿਰਕੁਟੀ ਛੱਡਤੀ, ਉਹ ਅੰਤਰਾਤਮਾ ਨਾਲ ਜੁੜੇ ਹੀ ਰਹਿੰਦੇ ਨੇ। ਮਤਲਬ ਇੰਨਾ ਇਹਦਾ ਬਸ, ਉਹ ਅੰਤਰਾਤਮਾ ਦੀ ਆਵਾਜ਼ ਤੇ ਚੱਲਦੇ ਨੇ, ਲੋੜ ਹੀ ਨਹੀਂ ਉਹਨੂੰ ਸੋਚਣ ਦੀ। ਤੇ ਪਰਮਪੁਰੀ ਕਹਿ ਜਾਹੀ। ਉਹ ਪਰਮਪੁਰੀ ਨੂੰ ਜਾਂਦੇ ਨੇ, ਉਹ ਸੱਚਖੰਡ ਨੂੰ ਜਾਂਦੇ ਨੇ। ਤਿਨ ਹਰਸਿਓ ਅੰਤਰ ਕਛ ਨਾਹੀ। ਤਿੰਨ ਹਰ ਸਿਓ ਅੰਤਰ ਕਛ ਨਹੀਂ। ਉਹਨਾਂ ਚਾਰ ਹਰ ਚ ਕੋਈ ਫਰਕ ਨਹੀਂ। ਹਰ ਜਨ ਦੋਏ ਏਕ ਹੈ, ਵਿਭ ਵਿਚਾਰ ਕਛ ਨਾਹੀ। ਜਲ ਤੇ ਉਪਜੇ ਤਰੰਗ ਜਿਉ ਜਲ ਹੀ ਵਿਖੇ ਸਮਾਏ। ਇਹ ਹੁਣ ਪੂਰੀ ਉਹ ਹੈ, ਬ੍ਰਹਮ ਗਿਆਨ ਹੈ ਪੂਰਾ। ਇੱਥੇ ਖਤਮ ਹੋ ਗਿਆ ਕਿ ਜੋ ਜੀਵਨ ਮਨੋਰਥ ਹੈ ਪੂਰਾ ਦੱਸਦਾ ਇਹਦੇ ਤੇ। ਕੌਣ ਦੱਸ ਦੂਗਾ ਇਹਦਾ? ਅੱਜ ਸਾਡੇ ਪ੍ਰਚਾਰਕ ਨੂੰ ਨਹੀਂ ਦੱਸ ਰਹੇ। ਇਹ ਇੰਨਾ ਸੌਖਾ ਸੀ ਇੱਥੋਂ ਦੱਸਣਾ। ਅੱਜ ਤਾਂ ਤੁਹਾਨੂੰ ਹੁਣ ਤੇ ਨਹੀਂ ਪਤਾ ਲੱਗਿਆ। ਆ ਪੜ੍ਹ ਲੈਂਦੇ, ਸਾਫ ਲਿਖਿਆ ਹੋਇਆ, ਸਾਫ ਭਾਸ਼ਾ ਦੇ ਵਿੱਚ। ਅੱਜ ਸਾਨੂੰ ਇਹ ਵੀ ਨਹੀਂ ਪਤਾ ਵੀ ਜੀਵਨ ਮਨੋਰਥ ਹੈ ਕੀ, ਮੁਕਤੀ ਕੀ ਹੁੰਦੀ ਹੈ। ਜੇ ਜੇ ਜੀ ਜਾਤਨ ਤੇ ਡਰੈ, ਪਰਮ ਪੁਰਖ ਤਜ ਤਿਨ ਮਗ ਪਰੈ। ਜਿਹੜੇ ਜੀ ਜਾਤ ਪਾਤ ਤੋਂ ਡਰਦੇ ਨੇ, ਜਾਤਨ ਤੇ ਡਰੈ, ਜਾਤ ਪਾਤ ਦਾ ਡਰ ਹੈ ਜਿਹਨਾਂ ਦੇ ਅੰਦਰ, ਸਰੀਰ ਦੇ ਜਾਣ ਦਾ ਡਰ ਹੈ, ਸਰੀਰ ਦੀ ਭੈ ਹੈ ਜਿਹਦੇ ਅੰਦਰ। ਪਰਮ ਪੁਰਖ ਤਜ ਤਿਨ ਮਗ ਪਰੈ। ਉਹ ਪਰਮ ਪੁਰਖ ਨੂੰ ਤਜ ਕੇ ਉਹਨਾਂ ਦੇ ਮਗਰ ਲੱਗ ਜਾਂਦੇ ਨੇ। ਜਿਵੇਂ ਜਿਨ੍ਹਾਂ ਦੇ ਅੰਦਰ ਆ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦੇਵੀ ਦੇਵਤਿਆਂ ਦੀ ਭੈ ਹੈ, ਭੈ ਡਰਦੇ ਨੇ ਸਾਡਾ ਕੋਈ ਨੁਕਸਾਨ ਨਾ ਹੋ ਜਵੇ, ਉਹ ਇਹਨਾਂ ਮੱਤਾਂ ਦੂਜੀਆਂ ਦੀ ਮਗਰ ਲੱਗ ਜਾਂਦੇ ਨੇ। ਜਿਹਨੂੰ ਭੈ ਨਹੀਂ ਉਹ ਨਹੀਂ ਲੱਗਦਾ ਹੈਗਾ। ਭੈ ਹੀ ਨੇ ਕਰ ਰਹੀ ਹੈ ਗੁਰਬਾਣੀ, ਭੈ ਮੁਕਤ ਕਰ ਰਹੀ ਹੈ। ਆਹ ਦਸ ਗ੍ਰੰਥ ਦੇਵੀ ਦੇਵਤਿਆਂ ਦੇ ਭੈ ਤੋਂ ਮੁਕਤੀ ਕਰ ਰਿਹਾ। ਆਦ ਵਾਲੇ ਤਾਂ ਹੀ ਨਹੀਂ ਹਟਦੇ, ਭੈ ਮੁਕਤ ਨਹੀਂ ਹੋ ਸਕਦੇ। ਆਦ ਪੜ੍ਹ ਕੇ ਤੁਸੀਂ ਭੈ ਮੁਕਤ ਨਹੀਂ ਹੋ ਸਕਦੇ, ਨਹੀਂ ਛੇਤੀ ਜਿੰਨੀ ਛੇਤੀ ਇੱਧਰ ਹੋ ਸਕਦੇ। ਇਹਨੇ ਤਾਂ ਪੜ੍ਹਦਾ ਹੀ ਚੱਕਦਾ, ਸਾਰਿਆਂ ਦਾ ਛੱਡਿਆ ਹੀ ਕੱਖ ਨਹੀਂ, ਸਿੱਧੀ ਭਾਸ਼ਾ 'ਚ ਪੜ੍ਹਦਾ ਚੱਕਦਾ। ਤੇ ਨਰਕ ਤੇ ਗੱਲ ਬਚ ਕੇ ਕੀਤੀ ਹੋਈ ਆ, ਆਦ ਵਿੱਚ ਕੀਤੀ ਹੋਈ ਆ ਗੱਲ, ਪਰ ਬੁੱਝਣ ਵਾਲੇ ਵਾਸਤੇ ਕੀਤੀ ਹੋਈ ਹੈ। ਬਹੁਤ ਹੀ ਇਸ ਤਰੀਕੇ ਨਾਲ ਗੱਲ ਕੀਤੀ ਹੈ ਕਿ ਦੂਜਿਆਂ ਨੂੰ ਦੁੱਖ ਬਣਾ ਲੱਗੇ, ਸਮਝ ਬਣਾ ਸਕਣ। ਆਮ ਲੋਕ ਕੋਈ ਬਿਰਲਾ ਹੀ ਸਮਝੇ, ਅਧਿਕਾਰੀ ਸਮਝ ਲਵੇ, ਬਾਕੀ ਉਹ ਕਹਿੰਦੇ ਹੈਂਡ ਬਿਰਲੇ ਨਹੀਂ ਗਣੇ। ਉਹ ਬਿਰਲਿਆਂ ਵਾਸਤੇ ਹੈ ਗੱਲ। ਆਦੀ ਬਾਣੀ ਬਹੁਤ ਬਿਰਲਿਆਂ ਵਾਸਤੇ ਹੈ। ਇਹ ਜਣਾ ਖਣਾ ਨਹੀਂ ਸਮਝ ਲੂ ਇਹਨੂੰ, ਇਹ ਸਾਰਿਆਂ ਵਾਸਤੇ ਹੀ ਹੈ। ਉਹ ਬਹੁਤ ਬਿਰਲਿਆਂ ਵਾਸਤੇ ਹੈ, ਇਹਨੂੰ ਸਮਝਣਾ ਔਖਾ ਨਹੀਂ, ਮੰਨਣਾ ਤਾਂ ਔਖਾ ਹੈ। ਉਹਨੂੰ ਸਮਝਣਾ ਵੀ ਔਖਾ ਹੈ, ਆਦਮੀ ਨੂੰ ਮੰਨਣਾ ਤਾਂ ਇੱਕ ਪਾਸੇ ਰਹੇਗਾ, ਉਹਨੂੰ ਸਮਝਣਾ ਵੀ ਔਖਾ ਹੈ। ਹਾਂਜੀ। ਤੇ ਨਰਕ ਕੁੰਡ ਮੋਹ ਪਰਹੀ। ਪਰ ਜਿਹੜੇ ਛੱਡ ਦਿੰਦੇ ਨੇ ਫਿਰ ਜੀ ਜਾਤ, ਇਹਨਾਂ ਦੇ ਮਗਰ ਲੱਗ ਜਾਂਦੇ ਨੇ, ਦੂਜੇ ਮਤਾਂ ਦੇ ਨਰਕ ਕੁੰਡ ਦੇ ਵਿੱਚ ਚਲੇ ਜਾਂਦੇ ਨੇ। ਬਾਰ ਬਾਰ ਜਗ ਮੋਹ ਬਪ ਧਰਹੀ। ਨਰਕ ਕੁੰਡ ਕੀ ਹੁੰਦੀ ਹੈ? ਹਿੰਦੂਆਂ ਵਾਲੀ ਨਰਕ ਕੁੰਡ ਵੀ ਹੈ ਨਹੀਂ। ਇੱਥੇ ਵੀ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਕਹਿੰਦੇ, ਐ ਨਾ ਕਹਿ ਦਿਓ ਵੀ ਨਰਕ ਕੁੰਡ ਕਿਤੇ ਹਿੰਦੂਆਂ ਵਾਲੀ ਹੈ। ਉਹ ਸੰਸਾਰ 'ਚ ਬਾਰ-ਬਾਰ ਜਨਮ ਲੈਂਦੇ ਨੇ, ਇਹ ਨਰਕ ਕੁੰਡ। ਬਾਰ-ਬਾਰ ਜਗ ਮੋਹ ਬਪ ਧਰਹੀ। ਸੰਸਾਰ ਦੇ ਵਿੱਚ ਬਾਰ-ਬਾਰ ਸਰੀਰ ਧਾਰਨ ਕਰਨਾ, ਸਰੀਰ ਚਾਹੇ ਕੋਈ ਹੋਵੇ, ਆਦਮੀ ਦਾ ਹੋਵੇ, ਹੋਰ ਕਿਸੇ ਚੀਜ਼ ਦਾ ਹੋਵੇ, ਇਹੀ ਨਰਕ ਕੁੰਡ ਹੈ। ਉਹ ਨਰਕ ਕੁੰਡ ਵਾਲਾ ਕੋਈ ਨਹੀਂ ਹੈ। ਤਬ ਹਰੀ ਬਹੁਰ ਦਤ ਉਪਜਾਇਓ। ਫੇਰ ਦਾਤਾ ਤ੍ਰੈ ਪੈਦਾ ਕੀਤਾ। ਦੱਤ ਤਿਨ ਵੀ ਆਪਣਾ ਪੰਥ ਚਲਾਇਓ। ਦੱਤਾ ਤ੍ਰੈ ਅਵਤਾਰ ਹੈ ਨਾ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਦਾ ਇਕੱਠਾ ਅਵਤਾਰ ਹੈ।
ਕਹਿੰਦੇ ਵੀ ਦੱਤ ਪੈਦਾ ਕੀਤਾ, ਉਹਨੇ ਵੀ ਆਪਣਾ ਪੰਥ ਚਲਾ ਲਿਆ। ਕਰਮੋ ਨਖ ਸਿਰ ਜਟਾ ਸਵਾਰੀ, ਹੱਥ ਦੇ ਵਿੱਚ ਨਹੁੰ ਵਧਾ ਲੈ, ਸਿਰ ਦੇ ਉੱਤੇ ਜਟਾ। ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ, ਪ੍ਰਭ ਦੀ ਕਿਰਿਆ ਕੋਈ ਨਹੀਂ ਵਿਚਾਰੀ। ਪ੍ਰਭ ਬਾਰੇ ਕੁਝ ਨਹੀਂ ਦੱਸਿਆ ਉਹਨੇ, ਨਿਰਾਕਾਰ ਬਾਰੇ ਕੁਝ ਨਹੀਂ ਦੱਸਿਆ। ਕਿਰਿਆ ਕੀ ਹੈ ਪ੍ਰਭ ਕੀ? ਹੁਕਮ। ਪ੍ਰਭ ਦੀ ਕਿਰਿਆ ਕੀ ਹੈ? ਹੁਕਮ। ਹੁਕਮ ਦੇ ਥਰੂ ਕਰ ਰਿਹਾ ਹੈ। ਹੁਕਮ ਨਹੀਂ ਵਿਚਾਰਿਆ ਉਹਨੇ, ਹੁਕਮ ਪਾਣਾ ਨਹੀਂ ਬੁਝਿਆ। ਜਦੋਂ ਪ੍ਰਭ ਕੀ ਕਿਰਿਆ ਸੀ ਕਹਿੰਦੇ ਹਨ ਕੀ ਹੈ? ਪ੍ਰਭ ਕੀ ਕਿਰਿਆ ਤਾਂ ਉਹਦਾ ਹੁਕਮ ਹੈ। ਪਾਣੇ ਨਾਲ ਸਭ ਕੁਝ ਹੁੰਦਾ ਨਾ, ਪਾਣਾ ਨਹੀਂ ਬੁਝਿਆ ਉਹਨੇ। ਹੱਥ ਤੇ ਨਹੁੰ ਵਧਾ ਲੈ, ਸਿਰ ਤੇ ਜੜ੍ਹਾਂ ਵਧਾ ਲਈ। ਪੁਨ ਹਰ ਗੋਰਖ ਕੋ ਉਪਰ ਰਾਜਾ, ਫੇਰ ਕਹਿੰਦੇ ਗੋਰਖ ਪੈਦਾ ਕੀਤਾ ਪਰਮੇਸ਼ਰ ਨੇ। ਗੋਰਖਨਾਥ ਸਿੱਖ ਕਰੇ ਤਿਨਹੂ ਵੱਡ ਰਾਜਾ, ਬੜੇ ਬੜੇ ਰਾਜਾओं ਨੇ ਆਪਣੇ ਚੇਲੇ ਬਣਾ ਲਏ। ਸ਼ਰਵਣ ਨੇੜੇ ਦੀ ਗੱਲ ਲੈ ਰਹੇ ਨੇ ਹੁਣ, ਰਿਸ਼ੀਆਂ ਮੁਨੀਆਂ ਦੇ ਬਾਅਦ ਦੀ ਗੱਲ। ਫਿਰ ਸ਼ਰਵਣ ਭਾਰ ਮੁਦਰਾ ਦੋਹੇ ਡਾਰੀ, ਕੰਨ ਪਾੜ ਕੇ ਦੋਏ ਪਾਸੇ ਮੁੰਦਰਾ ਪਾਤੀਆਂ। ਲੋਕ ਰਾਜਿਆਂ ਦੇ ਰੋਵੇ ਰਾਜੇ ਕੰਨ ਪੜਾਏ, ਦਾਦਰ ਮੰਗੇ ਭਿਖਿਆ ਜਾਏ। ਦੇਖੋ ਨਾ ਆਦ ਦੇ ਨਾਲ ਮਿਲਦੀ ਸਾਰੀ ਚੱਲੀ ਜਾਣੀ ਇਹ ਗੱਲ। ਹਰ ਕੀ ਪ੍ਰੀਤ ਰੀਤ ਨਾ ਵਿਚਾਰੀ, ਹਰ ਕੀ ਪ੍ਰੀਤ ਰੀਤ ਇਹ ਨਹੀਂ ਵਿਚਾਰੀ। ਜਿਹਨੂੰ ਪ੍ਰੇਮ ਕੀਓ ਤੇ ਨਹੀਂ ਪਰ ਪਾਇਆ ਵਾਲੀ ਗੱਲ ਨਹੀਂ ਵਿਚਾਰੀ। ਪੁਨ ਹਰ ਰਾਮਾਨੰਦ ਕੋ ਕਰਾ, ਫਿਰ ਆ ਰਾਮਾਨੰਦ ਨੂੰ ਕਰ। ਆ ਰਾਮਾਨੰਦ ਹੈ ਕਬੀਰ ਦਾ ਗੁਰੂ। ਆਇਓ ਰਾਮਾਨੰਦ ਹੈ ਜਿਹੜਾ ਕਹਿੰਦੇ ਕਬੀਰ ਚੇਲਾ। ਇਹ ਵੀ ਖੋਟਾ ਸਾਬਤ ਕਰਤਾ ਇੱਥੇ। ਹਾਂ, ਭੇਸ ਬੈਰਾਗੀ ਕੋ ਜਿਨ ਧਰਾ, ਉਹਨੇ ਬੈਰਾਗੀ ਭੇਸ ਬਣਾਇਆ। ਗੁਰਮਤਿ ਨਹੀਂ ਸੀ ਜਾਣਦਾ ਉਹ ਬਿਲਕੁਲ ਵੀ। ਕੰਠੀ ਕੰਠ ਕਾਠ ਕੀ ਡਾਰੀ, ਕੰਠ ਕਾਠ ਕੀ ਡਾਰੀ, ਗਲ ਦੇ ਵਿੱਚ ਉਹਨੇ ਮਾਲਾ ਪਾਈ ਹੈ ਇਹਦੀ ਤੁਲਸੀ ਦੀ ਕਾਠ ਦੀ। ਉਹਨੂੰ ਕੰਠੀ ਕਹਿੰਦੇ ਸੀ ਉਹ, ਮਾਲਾ ਨੂੰ ਕੰਠੀ ਕਹਿੰਦੇ ਸੀ ਉਹ। ਗਲ 'ਚ ਮਾਲਾ ਪਾ ਲਈ ਤੁਲਸੀ ਦੀ ਬਣਾ ਕੇ ਲੱਕੜ ਦੀ। ਕੰਠ ਕਾਠ ਕੀ ਡਾਰੀ, ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ, ਹੁਕਮ ਉਹਨੇ ਵੀ ਨਹੀਂ ਵਿਚਾਰਿਆ, ਹੁਕਮ ਨਹੀਂ ਬੁਝਿਆ। ਜੇ ਪ੍ਰਭ ਪਰਮ ਪੁਰਖ ਉਪਜਾਏ, ਜਿਹੜੇ ਪਰਮ ਪੁਰਖ ਪ੍ਰਭੂ ਨੇ ਜਿੰਨੇ ਵੀ ਪੈਦਾ ਕੀਤੇ, ਤਿੰਨ ਤਿੰਨ ਆਪਣੇ ਰਾਹ ਚਲਾਏ, ਆਪਣੇ ਰਾਹ ਚਲਾਏ। ਸਾਰਿਆਂ ਨੇ ਆਪਣੇ ਆਪਣੇ ਰਾਹ ਚਲਾਏ। ਮਹਾਦੀਨ ਤਪ ਪ੍ਰਭ ਉਪਰਾਜਾ। ਹੁਣ ਇਹ ਸਵਾਲ ਹੈ ਕਿ ਉਹਨਾਂ ਦਾ ਕੰਠੀ ਕੰਠ ਕਾਠ ਕੀ ਡਾਰੀ ਸੀ, ਅਗਰ ਉਹਦਾ ਸ਼ਬਦ ਕਿਵੇਂ ਆ ਗਿਆ ਗੁਰੂ ਗ੍ਰੰਥ ਸਾਹਿਬ 'ਚ? ਜਦ ਕਬੀਰ ਨੂੰ ਗਿਆਨ ਹੋਇਆ ਨਾ, ਕਬੀਰ ਨੇ ਆ ਕੇ ਉਹਨੂੰ ਦੱਸਿਆ, ਇਮਾਨਦਾਰ ਰਹਿਣਾ ਸੀ, ਕਬੀਰ ਦੀ ਗੱਲ ਮੰਨ ਗਿਆ। ਫਿਰ ਉਹਨੇ ਸ਼ਬਦ ਲਿਖਿਆ ਇੱਕ, ਉਹਨੇ ਕੰਠੀ ਕੰਠ ਕਾਠ ਕੀ ਛੱਡ ਕੇ ਗੁਰਮਤਿ ਧਾਰਨ ਕੀਤੀ ਹੈ। ਸਾਨੂੰ ਇਹ ਦੱਸਿਆ ਜਾਂਦਾ ਰਿਹਾ। ਲੋ ਜੀ ਉਹ ਮਾਲਾ ਫੇਰਦਾ ਸੀ, ਮਾਲਾ ਉਹ ਮਾਲਾ ਲਿਆ ਕੇ ਸਮਾਂ ਸਾਰਿਆਂ ਦੇ ਗਲ 'ਚ ਪਾਤੀ, ਬਲੈਕਮੇਲਿੰਗ ਕੀਤੀ। ਕਬੀਰ ਨੇ ਜ਼ਰੂਰ ਗੁਰੂ ਧਾਰਨ ਕੀਤਾ ਉਹਨੂੰ ਪਹਿਲਾਂ। ਔਰ ਉਹ ਇਹ ਵੀ ਕਹਿ ਰਿਹਾ ਸਕਲ ਜਨਮ ਸ਼ਿਵਪੁਰੀ ਗਵਾਇਆ। ਉਹ ਇਹ ਵੀ ਕਹਿ ਰਿਹਾ ਭੁੱਖੇ ਭਗਤ ਨੇ ਕੀਜੈ ਮਾਲਾ ਆਪਣੀ ਲੀਜੈ। ਜਿਹਨਾਂ ਨੂੰ ਮਾਇਆ ਦੀ ਭੁੱਖਾ ਭਗਤੀ ਨਹੀਂ ਕਰਦੇ ਹੁੰਦੇ, ਆ ਫੜੋ ਆਪਣੀ ਮਾਲਾ ਵਾਪਸ ਵੀ ਕਰਤੀ ਉਹਨੇ। ਇਹਨਾਂ ਨੇ ਉਹਦੇ ਅਰਥ ਬਦਲ ਲਏ ਵੀ ਢਿੱਡ ਦੀ ਭੁੱਖ ਤੇ ਭਗਤੀ ਨਹੀਂ ਹੁੰਦੀ। ਬਿਲਕੁਲ ਝੂਠ ਹੈ। ਇੱਕ ਪਾਸੇ ਤਾਂ ਕਹਿੰਦੇ ਪੌਣਹਾਰੀ ਹੁੰਦੇ ਨੇ, ਜਿਹੜੇ ਪੌਣਹਾਰੀ ਨੇ ਭਗਤੀ ਉਹ ਕਿਵੇਂ ਕਰਦੇ ਨੇ? ਫਿਰ ਉਹ ਝੂਠ ਹੈ ਉੱਥੇ। ਇੱਕ ਪਾਸੇ ਤੁਸੀਂ ਕਹਿੰਦੇ ਢਿੱਡ ਦੀ ਭੁੱਖ ਨਾਲ ਭਗਤੀ ਨਹੀਂ ਹੁੰਦੀ। ਝੂਠੇ ਸਾਬਤ ਹੋ ਜਾਣਾ। ਪੌਣਹਾਰੀ ਫਿਰ ਕੌਣ ਭਗਤੀ ਕਰਦੇ ਸੀ? ਭਗਤੀ ਕਰਦਾ ਤਾਂ ਪੌਣਹਾਰੀ ਹੋ ਜਾਈਦਾ। ਤੁਸੀਂ ਕਹਿੰਦੇ ਭਗਤੀ ਢਿੱਡ ਭਰੇ ਬਿਨਾਂ ਹੁੰਦੀ ਹੋ ਨਹੀਂ। ਇੱਕ ਪਾਸੇ ਜਾਂ ਫਸਦੇ ਨੇ, ਦੂਏ ਪਾਸੇ ਝੂਠ ਬੋਲ ਦਿੰਦੇ ਨੇ। ਝੂਠਾ ਆਦਮੀ ਦੂਏ ਪਾਸੇ ਫਸਦਾ, ਦੂਏ ਪਾਸੇ ਹੋ ਜਾਂਦਾ। ਏਦਾਂ ਕਰਦੇ ਰਹੇ ਨੇ ਹੁਣ ਤੇ। ਹੁਣ ਕਦੋਂ ਜਾਣ ਕੇ ਭੱਜ ਗਏ? ਭੱਜਣ ਨੂੰ ਕੋਈ ਥਾਂ ਨਹੀਂ ਹੈ ਝੂਠੇ ਵਾਸਤੇ। ਮਹਾਦੀਨ ਤਪ ਪ੍ਰਭ ਉਪਰਾਜਾ। ਫਿਰ ਮਹਾਦੀਨ ਪੈਦਾ ਕੀਤਾ ਕੌਣ? ਮੁਹੰਮਦ ਸਾਹਿਬ। ਮੁਹੰਮਦ ਮੁਸਲਮਾਨ ਧਰਮ। ਅਰਬ ਦੇਸ਼ ਕੋ ਕੀਨੋ ਰਾਜਾ। ਅਰਬ ਦੇਸ਼ ਦਾ ਰਾਜਾ ਬਣਾਇਆ ਉਹਨੂੰ। ਰਾਜਾ ਬਣ ਗਿਆ ਨਾ ਅਰਬ ਦੇਸ਼ ਦਾ। ਫਿਰ ਉਹ ਤਿਰਪੀ ਏਕ ਪੰਥ ਉਪਰਾਜਾ। ਉਹਨੇ ਵੀ ਇੱਕ ਪੰਥ ਚਲਾਇਆ। ਲਿੰਗ ਬਿਨਾ ਕੀਨੇ ਸਭ ਰਾਜਾ। ਉਹਨੇ ਸਾਰਿਆਂ ਦੀ ਸੁਨਤ ਕਰਤੀ ਰਾਜਿਆਂ ਦੀ। ਉਸ ਵੇਲੇ ਗੱਲ ਲਿਖ ਦਿੱਤੀ, ਲਿਖ ਦੂਗਾ ਉਹ ਰਾਮ ਸ਼ਾਮ ਲਿਖ ਦੂਗਾ। ਇਹ ਗੱਲ ਮਰਨਾ ਸੀ ਉਹਨੇ। ਰਾਮ ਸ਼ਾਮ ਦਾ ਹੀ ਲਿਖਿਆ ਹੈ। ਇਹਨਾਂ ਨੂੰ ਤਾਂ ਬਿਲਕੁਲ ਹਿਆਲ ਸ਼ਰਮ ਵਾਲੀ ਕੋਈ ਗੱਲ ਹੀ ਨਹੀਂ ਹੈ। ਇੰਨੇ ਬੇਵਕੂਫ ਸਾਬਤ ਹੋ ਜਾਣੇ ਨੇ ਇਹ। ਘਟੀਆ ਦਿਮਾਗ ਦੇ ਇੰਨੇ ਸਾਬਤ ਹੋ ਜਾਣੇ ਸੰਗਤ ਦੇ ਮੂਹਰੇ ਲੋਕ। ਇਹ
ਆਉਂਦੇ ਵਾਲੇ ਲੋਕ ਜਿਹੜੇ ਸੰਗਤ ਹੈ, ਆਉਂਦੇ ਵਾਲੇ ਜਿਹੜੇ ਆਉਣ ਵਾਲਾ ਸਮੇਂ ਦੇ ਸਿੱਖ ਨੇ, ਉਹਨਾਂ ਨੇ ਕਹਾ ਇਦੋਂ ਬਦਦਮਾਗ ਆਦਮੀ ਕੋਈ ਨਹੀਂ ਸੀ ਜਿਹੜੇ ਰੌਲਾ ਪਾਉਂਦੇ। ਇੰਨੇ ਬਦਦਮਾਗ ਸਾਬਤ ਹੋ ਜਾਣਗੇ। ਉਹਨਾਂ ਨੇ ਕਹਿਣਾ ਵੀ ਨੀਚ ਸੀ ਇਹ, ਪੈਸੇ ਲੈ ਕੇ ਲੋਕਾਂ ਦੇ ਹਿੰਦੂਆਂ ਨਾਲ ਰਲ ਕੇ ਕਰਦੇ ਸੀ ਗੱਲ। ਲੋਕਾਂ ਨੇ ਇਹ ਕਹਿਣਾ ਚਾਹੇ ਲੈ ਕੇ ਕਰਦੇ ਨੇ ਚਾਹੇ ਨਹੀਂ ਕਰਦੇ, ਸ਼ੱਕੇ ਪੈ ਜਾਣੀ। ਕੁਛ ਤਾਂ ਨੇ ਜੋ ਕਰਦੇ ਵੀ ਨੇ, ਕਾਲਾ ਖਾਨਾ ਕਰਦਾ ਹੈ, ਕਰਦਾ ਰਿਹਾ ਹੈ, ਉਹਦੇ ਤਾਂ ਦੋਸ਼ ਲੱਗਦੇ ਨੇ ਆਮ। ਉੜਦੀਆਂ ਗੱਲਾਂ ਦਰਸ਼ਨ ਸਿੰਘ ਦੇ ਖਿਲਾਫ ਵੀ ਇਹੀ ਚੱਲਦੀਆਂ ਨੇ ਹੁਣ। ਉਹਨੇ ਸਾਬਤ ਕਰਤਾ ਜਿਹੜਾ ਉੱਥੇ ਕੀਤਾ ਨਾ ਨਾਗਪੁਰ ਸੈਮੀਨਾਰ, ਇਹ ਤਾਂ ਸਾਬਤ ਵੀ ਹੋ ਗਿਆ। ਇਹ ਉਧਰ ਨੂੰ ਸੂਈ ਜਾਂਦੀ ਹੈ ਵੀ ਹਾਂ ਠੀਕ ਹੈ। ਹਿੰਦੁਸਤਾਨ 'ਚ ਕਿਤੇ ਨਹੀਂ ਇਹਦਾ ਸੈਮੀਨਾਰ ਹੋਣਾ, ਉਹ ਕਹਿੰਦੇ ਅਸੀਂ ਕਰਾਉਣੇ ਇੱਥੇ, ਕੋਈ ਡੈਡਲਾਕ ਤੋੜੀਏ। ਦੂਆ ਰੈਪਰ ਕਰਾਇਆ, ਉੱਥੇ ਵੀ ਉਹਨਾਂ ਦੀ ਹਕੂਮਤ ਹੈ। ਸਭ ਉਂਗਲੀ ਸਾਰਾ ਉੱਥੇ ਹੀ ਜਾਂਦਾ ਹੈ। ਇਹ ਨਹੀਂ ਵੀ ਲੋਕ ਸਮਝਦੇ ਨਹੀਂ, ਤੁਹਾਡਾ ਤਾਂ ਬਹੁਤ ਕਹਾਂ ਨੇ। ਤੁਸੀਂ ਜਿਹੜੇ ਪਹਿਲਾਂ ਹੀ ਨਿਜ਼ਾਮ ਲਾਉਣੇ ਹੋ ਨਾ, ਸਾਬਤ ਹੋ ਜਾਣਾ ਕੌਣ ਖੜਾ ਕਿੱਥੇ ਖੜਾ ਹੈ। ਜੇ ਉੱਥੇ ਨੇ ਨਾਗਪੁਰ ਸੈਮੀਨਾਰ ਕੀਤਾ ਸੀ, ਇਹ ਉਹਦਾ ਜਵਾਬ ਦਿੰਦਾ ਪਹਿਲਾਂ। ਉਹ ਜਿਹੜਾ ਹੈਗਾ ਤਿਵਾੜੀ ਜੋ ਹਰਮੰਦਰ ਸਾਹਿਬ 'ਚ ਬੋਲ ਗਿਆ, ਉਹਦਾ ਜਵਾਬ ਦਿੰਦਾ ਪਹਿਲਾਂ। ਉਹਦਾ ਜਵਾਬ ਦੇਣਾ ਫਰਜ਼ ਬਣਦਾ ਸੀ। 10 ਮੁਹਰਾਂ ਦਿੱਤਾ, ਚਲੋ ਠੀਕ ਹੈ, ਰੋਜ਼ੇ ਕਹਿੰਦਾ, ਉਹਦਾ ਜਵਾਬ ਦਿੰਦਾ ਪਹਿਲਾਂ। ਇਹ ਤਾਂ ਤਤਗੁਰਮਤ ਵਾਲੇ ਨੇ। ਉੱਥੇ ਨਾਗਪੁਰ ਦਿੰਦਾ ਜਵਾਬ, ਫਿਰ ਅਸੀਂ ਮੰਨਦੇ। ਉਹਦਾ ਜਵਾਬ ਨਹੀਂ ਦਿੱਤਾ, ਉਹਦੇ ਬਾਰੇ ਕੋਈ ਨਹੀਂ ਬੋਲਦਾ, ਇਹਦੇ ਬਾਰੇ ਹੀ ਬੋਲਦਾ। ਕਿਉਂ ਬੋਲਦਾ? ਪੈਸੇ ਜੋ ਇਸ ਗੱਲ ਦੇ ਲੈ ਹੋਏ ਨੇ। ਉਹ ਜਿਹੜੀ ਗੱਲ ਇਲਜ਼ਾਮ ਲੱਗਦਾ ਸਹੀ ਸਾਬਤ ਆਪੇ ਹੀ ਹੋ ਰਿਹਾ। ਸਭ ਕੁਝ ਸਹੀ ਸਾਬਤ ਹੋ ਜਾਣਾ। ਜੋ ਅਸੀਂ ਰੋਜ਼ ਵਿਆਖਿਆ ਕਰਦੇ ਹਾਂ, ਨੈਟ ਤੇ ਪਾਉਂਦੇ ਹਾਂ, ਅਸੀਂ ਵੀ ਜਵਾਬ ਦੇ ਦਿੱਤਾ। ਆਪਾਂ ਜਵਾਬ ਦੇ ਦਿੱਤਾ ਨਾ ਤਵਾੜੀ ਦਾ। ਉਹ ਦੇਖਣ ਵੀ ਆ ਰਹੇ ਸਕਦੇ ਹੱਕ ਜਾ ਕਿ ਨਾ ਹੱਕ ਚ। ਸਾਡੀ ਕਿੰਨੀ ਕੁ ਹੱਕ ਚ ਹਿੰਦੂ ਮਤ ਦੀ ਗੱਲ ਜਿਹੜੀ ਅਸੀਂ ਰੋਜ਼ ਕਹਿੰਦੇ। 10 ਮੁਹਰਾਂ ਦੇ ਸਭ ਤੋਂ ਜ਼ਿਆਦਾ ਅਸੀਂ ਹਾਮੀ ਹਾਂ। ਅਸੀਂ ਹੋਣਾ ਹੋਰ ਕੌਣ ਹੁੰਦਾ? ਸਭ ਤੋਂ ਜ਼ਿਆਦਾ ਸਾਡੀ ਡਿਊਟੀ ਹਾਮੀ ਹੋਣ ਦੀ। ਸਾਡੀ ਭਾਸ਼ਾ ਕਿਹੋ ਜਿਹੀ ਹੈ? ਹਿੰਦੂ ਮਤ ਦੇ ਹੱਕ ਚ ਹੈ ਨਾ, ਹੱਕ ਚ ਨਾ ਵਿਰੋਧ ਚ। ਵਿਰੋਧ ਵੀ ਨਹੀਂ ਹੈ, ਜੋ ਹੈ ਸੱਚ ਉਹ ਦੱਸਦਾ, ਜੋ ਇਹਦੇ ਵਿੱਚ ਲਿਖਿਆ ਹੋਇਆ ਅਰਥਾਤ। ਵਿਰੋਧ ਵੀ ਹੈ ਨਹੀਂ, ਹੱਕ ਵੀ ਹੈ ਨਹੀਂ। ਸੱਚ ਦਾ ਸੱਚ ਨਾਲ ਕਿਸੇ ਦੇ ਵਿਰੋਧ ਹੁੰਦਾ ਨਾ, ਹੱਕ ਚ ਹੁੰਦਾ। ਸੱਚ ਚ ਹੁੰਦਾ। ਤਿਨ ਵੀ ਏਕ ਪੰਥ ਉਪਰਾਜਾ, ਲਿੰਗ ਬਿਨਾ ਕੀਨੇ ਸਭ ਰਾਜਾ। ਸਭ ਤੇ ਆਪਣਾ ਨਾਮ ਜਪਾਇਓ, ਸਭ ਤੇ ਆਪਣਾ ਨਾਮ ਜਪਾਇਓ। ਉਹਦੇ ਵਿੱਚ ਕਹਿਤਾ ਮੁਹੰਮਦ ਰਸੂਲullah। ਮੁਹੰਮਦ ਰਸੂਲ ਨੂੰ ਅੱਲਾ ਦਾ ਸ਼ਰੀਕ ਬਣਾ ਦਿੱਤਾ। ਕਹਿੰਦੇ ਸਾਖਸ਼ਾਤ ਅੱਲਾ ਹੈ, ਉਹ ਅੱਲਾ ਹੁੰਦਾ। ਲਾ ਇਲਾਹਾ ਇਲਾ ਤਾਂ ਹੈ, ਉਹ ਹੈ, ਪਰ ਮੁਹੰਮਦ ਰਸੂਲullah, ਮੁਹੰਮਦ ਰਸੂਲ ਹੈ ਜਿਹੜਾ, ਉਹ ਵੀ ਅੱਲਾ ਹੀ ਹੈ। ਇਹ ਆਪਣਾ ਨਾਮ ਜਪਾ ਲਿਆ। ਸਰਬੰਦ ਜਿਹੜਾ ਹੈਗਾ ਨਾ, ਸਰਬੰਦ ਉਹਦਾ ਕਲਮਾ ਪੜ੍ਹਦਾ ਸੀ। ਮੁਸਲਮਾਨ ਦਾ ਕਲਮਾ ਪੜ੍ਹਦੇ ਸੀ ਕਈ ਜਿਹੜੇ ਫਕੀਰ ਹੋਏ ਨੇ। ਕਹਿੰਦੇ ਮੁਹੰਮਦ ਰਸੂਲ ਅੱਲਾ ਨਹੀਂ ਹੋ ਸਕਦਾ। ਇਹਨਾਂ ਨੇ ਕਹਿਤਾ ਵੀ ਜਿਹੜਾ ਅੱਧਾ ਕਲਮਾ ਪੜੂ ਨਾ, ਮੁਹੰਮਦ ਰਸੂਲ ਅੱਲਾ ਨੂੰ ਅੱਲਾ ਨਹੀਂ ਕਹੂਗਾ, ਉਹਦਾ ਸਿਰ ਕਲਮ ਕਰ ਦੋ। ਉਹਦਾ ਸਿਰੇ ਕਲਮ ਨਾ ਕੀਤਾ ਸੀ ਸਰਬਤ ਦਾ ਰਾਮਦੇਵ ਨੇ, ਕਿ ਅੱਧਾ ਕਲਮਾ ਪੜ੍ਹਦਾ ਸੀ। ਕਹਿੰਦਾ ਅੱਧਾ ਸੱਚ ਹੈ, ਅੱਧਾ ਝੂਠ ਹੈ। ਝੂਠਾ ਨਹੀਂ ਪੜ੍ਹਨਾ। ਸੱਚ ਇਹ ਹੈ ਕਿ ਅੱਲਾ ਹੀ ਅੱਲਾ ਹੈ, ਉਹਦਾ ਸ਼ਰੀਕ ਕੋਈ ਨਹੀਂ ਹੈ। ਮੁਹੰਮਦ ਰਸੂਲ ਅੱਲਾ ਹੈ, ਮੈਂ ਨਹੀਂ ਕਹਿੰਦਾ ਹੈ, ਮੈਂ ਨਹੀਂ ਪੜ੍ਹਦਾ। ਪੜ੍ਹਦਾ ਸੀ, ਫਿਰ ਉੱਚੀ ਪੜ੍ਹਦਾ ਸੀ, ਮਸਜਿਦਾਂ ਮੂਹਰੇ ਜਾ ਕੇ ਪੜ੍ਹਦਾ ਸੀ। ਜਦ ਬਹੁਤ ਤੰਗ ਹੋ ਗਏ ਲੋਕ, ਸ਼ਿਕਾਇਤਾਂ ਹੋਈਆਂ, ਤਾਂ ਉਹਨੂੰ ਬਥੇਰਾ ਮਨਾਇਆ, ਨਹੀਂ ਮੰਨਿਆ। ਫਿਰ ਉਹਨੂੰ ਸ਼ਹੀਦ ਕੀਤਾ ਗਿਆ। ਆਪਣਾ ਨੌਜ ਪਾਉਂਦਾ ਸੀ ਉਹ ਵੀ। ਇੱਥੇ ਆ ਕੇ ਕਮੀ ਹੁੰਦੀ, ਭਾਵੇਂ ਫੋਟੋ ਨਹੀਂ ਰੱਖਦੇ ਕੋਈ ਵੀ, ਪਰ ਇੱਥੇ ਕਮੀ ਹੈ ਉਹਨਾਂ 'ਚ। ਮੁਹੰਮਦ ਰਸੂਲullah ਨਹੀਂ ਹੈ, ਮੁਹੰਮਦ ਰਸੂਲ ਦਾ ਨਾਮ ਆ ਗਿਆ ਵਿੱਚ। ਇਹ ਆਪਣਾ ਨਾਮ ਜਪਾਇਆ, ਉਹਦਾ ਆਹ ਇਲਜ਼ਾਮ ਲਾਇਆ ਹੋਇਆ। ਤਾਂ 10ਵੇਂ ਪਾਤਸ਼ਾਹ ਨੇ ਇਹ ਜੋ ਗੱਲ ਵਿੱਚੇ ਚਰਚਾ ਸੀ ਅਨੰਦਪੁਰ ਸਾਹਿਬ,
ਇਹ ਗਾਂ ਚੱਲਦੀ ਤਾਂ ਇੱਥੇ ਲਿਆਉਣੀ ਸੀ ਮੈਂ ਗੱਲ। ਕਲਮਾ ਤੁਸੀਂ ਬਦਲਿਆ ਕਿਉਂ? ਚਲੋ ਬਾਅਦ ਦੀ ਗੱਲ। ਸਤਨਾਮ ਕਾਹੂ ਨਾ ਦ੍ਰਿੜਾਇਓ। ਸਤਨਾਮ ਤੇ ਸਤਨਾਮ ਕਿੱਥੋਂ ਆਇਆ ਹੋਇਆ? ਪੰਡਤ ਦੀ ਭਾਸ਼ਾ ਦਾ ਲਫ਼ਜ਼ ਸਤਨਾਮ। ਸਤਨਾਮ ਲਫ਼ਜ਼ ਕਿੱਥੋਂ ਆਇਆ? ਸਤਨਾਮ ਆਇਆ ਆਦਿ ਗੁਰੂ ਗ੍ਰੰਥ ਸਾਹਿਬ ਚੋਂ। ਸਤਨਾਮ ਨਹੀਂ ਕਿਸੇ ਨੇ ਦ੍ਰਿੜ ਕਰਵਾਇਆ। ਇਹ ਕਿਸੇ ਕਵੀ ਦੀ ਭਾਸ਼ਾ ਨਹੀਂ ਹੈ। ਰਾਮ ਸ਼ਾਮ ਦੀ ਭਾਸ਼ਾ ਨਹੀਂ ਸਤਨਾਮ ਕਿਹਨੂੰ ਨਾ ਦ੍ਰਿੜਾਇਓ। ਉਹ ਗੱਲ ਕਰ ਰਹੇ ਨੇ ਗੁਰਮਤਿ ਫਿਲਾਸਫੀ ਦੱਸ ਰਹੇ ਨੇ। ਕਵੀ ਇਹ ਗੱਲਾਂ ਦੱਸਦੇ ਹੁੰਦੇ ਨੇ। ਕਵੀ ਜੇ ਕਰਦਾ ਇਹ ਜਾਂ ਕੁਛ ਕਰਦਾ ਜੇ ਜਾਂ ਉਹਨੂੰ ਭਾਈ ਨੰਦ ਲਾਲ ਨੇ ਕੀਤਾ ਵਾਹ ਵਾਹ ਗੋਬਿੰਦ ਉਹ ਸ਼ਹਿਨਸ਼ਾਹ ਪਾਤਸ਼ਾਹ ਗੁਰੂ ਗੋਬਿੰਦ ਸਿੰਘ। ਕਵੀ ਤਾਂ ਇੱਥੇ ਤੱਕ ਹੁੰਦੇ ਨੇ ਸੀਮਤ। ਇਹ ਹਿਸਟਰੀ ਲਿਖ ਰਹੇ ਨੇ, ਆਤਮ ਕਥਾ ਲਿਖ ਰਹੇ ਨੇ, ਬ੍ਰਹਮ ਗਿਆਨ ਵੀ ਨਾਲ ਲਿਖ ਰਹੇ ਨੇ। ਦੋ ਗੱਲਾਂ ਇਕੱਠੀਆਂ ਨੇ, ਆਤਮ ਕਥਾ ਵੀ ਹੈ, ਬ੍ਰਹਮ ਗਿਆਨ ਵੀ ਹੈ। ਸਭ ਆਪਣੀ ਆਪਣੀ ਰੁਝਾਨਾਂ। ਸਾਰੇ ਆਪਣੀ ਆਪਣੀ ਬੁੱਧੀ ਜੁੜਦੇ ਹੋਏ ਨੇ। ਪਾਰ ਆਪਣੀ ਆਪਣੀ ਗੱਲ ਚ ਆਪੇ ਉਲਝ ਗਏ ਸਾਰੇ। ਪਾਰ ਬ੍ਰਹਮ ਕਾਹੂ ਨਾ ਪਛਾਨਾ। ਕਿਸੇ ਨੇ ਵੀ ਪਾਰ ਬ੍ਰਹਮ ਨਹੀਂ ਪਛਾਣਿਆ ਇਹਨਾਂ ਸਾਰੀਆਂ ਮੱਤਾਂ ਚੋਂ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਏ ਤਾਂ ਪ੍ਰਾਣਪਤੀ। ਤਪ ਸਾਧਤ ਹਰ ਮੋਹਿ ਬੁਲਾਇਓ। ਇਸ ਕਰਕੇ ਤਪ ਦੀ ਸਾਧਤ ਹੈ, ਤਪ ਕਰਦਾ ਨਹੀਂ। ਦੇਖੋ ਤਪ ਸਾਧਤ ਲਫ਼ਜ਼ ਵਰਤੇ। ਤਪ ਕਰਨਾ ਹੋਰ ਗੱਲ ਹੈ, ਤਪ ਸਾਧਨਾ ਹੋਰ ਗੱਲ। ਤਪ ਸਾਧਤ ਹਾਂ ਤਪ ਨੂੰ ਸਮਝਣਾ, ਸਾਧਨਾ ਹੁੰਦਾ ਸਮਝਣਾ। ਕਿਹੜਾ ਤਪ ਜਾਇਜ਼ ਹੈ, ਠੀਕ ਹੈ, ਕਿਹੜਾ ਤਪ ਉਹੀ ਤਾਂ ਦੱਸ ਰਹੇ ਨੇ। ਜੋ ਸਾਧਨਾ ਕੀਤੀ ਉਹੀ ਦੱਸ ਰਹੇ ਨੇ। ਉੱਥੇ ਸਮਝਿਆ ਵੀ ਕਿਹੜਾ ਠੀਕ ਹੈ ਕਿਹੜਾ ਗਲਤ ਹੈ। ਹਰ ਮੋਹਿ ਬੁਲਾਇਓ। ਆ ਜਿਹੜਾ ਹੈ ਇੱਥੇ ਆ ਕੇ ਤਾਂ ਨਹੀਂ ਪੜਿਆ ਕੀਤਾ, ਉੱਥੇ ਹੀ ਸਾਧਨਾ ਕੀਤੀ ਸੀ ਤਪ ਦੀ। ਆ ਦੱਸੀ ਨਹੀਂ ਹੋਈ ਜਿਹੜੀਆਂ ਮੱਤਾਂ ਨੇ। ਕਿਹੜਾ ਤਪ ਗਲਤ ਹੈ, ਕਿਹੜਾ ਤਪ ਠੀਕ ਹੈ। ਇਹ ਹੈ ਸਾਧਨਾ ਸਾਧਤ। ਤਪ ਸਾਧਤ ਹਰ ਮੋਹਿ ਬੁਲਾਇਓ। ਤਪਾਂ ਨੂੰ ਸ਼ੁੱਧ ਕਰ ਲੈਣਾ। ਇਹ ਤਪ ਜਾ ਨੁਕਸਾ ਹੈ, ਤਪ ਜਾ ਨੁਕਸਾ ਹੈ, ਜਾ ਨੁਕਸਾ ਹੈ, ਭਗਤੀ ਜਾ ਨੁਕਸਾ। ਛਾਣ ਰਿਹਾ ਸੀ, ਖੋਟੇ ਖਰੇ ਦੀ ਪਛਾਣ ਕਰ ਰਿਹਾ ਸੀ ਤਪਾਂ ਦੇ ਵਿੱਚੋਂ। ਸਾਧਨ ਨਾ ਖੋਟੇ ਖਰੇ ਦੀ ਪਛਾਣ ਕਰਨੀ ਮੱਤਾਂ ਚੋਂ। ਖੋਟ ਦੱਸਣੀ, ਖੋਟ ਪਛਾਣਨੀ। ਗੁਰਮੁਖ ਕੋਠੇ ਤਪ ਸਾਧਤ ਹਰ ਮੋਹਿ ਬੁਲਾਇਓ। ਸਾਧੇ ਨੂੰ ਬੁਲਾ ਲਿਆ ਮੈਨੂੰ। ਇਹ ਕੰਮ ਸਾਧਤਾ ਇਹੀ ਕਰ ਰਹੇ ਸੀ ਉੱਥੇ। ਇਮ ਕਹਿ ਕੇ ਇਹ ਲੋਕ ਪਠਾਇਓ। ਆਹ ਗੱਲ ਕਹਿ ਕੇ ਮੈਨੂੰ ਇਸ ਲੋਕ ਭੇਜਿਆ। ਅਕਾਲ ਪੁਰਖ ਬਾਚ ਕੀ ਕਹਿ ਕੇ ਭੇਜਿਆ ਗਾਹਾਂ ਦੱਸਦੇ ਨੇ। ਚੌਪਈ ਮੈਂ ਆਪਣਾ ਸੁਤ ਤੋਹੇ ਨਵਾਜਾ। ਮੈਂ ਆਪਣਾ ਸੁਤ ਤੋਹੇ ਨਵਾਜਾ। ਤੈਨੂੰ ਮੈਂ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਹੁਣ। ਪੰਥ ਪਰਚੁਰ ਕਰਬੇ ਕਹੋ ਸਾਜਾ। ਇੱਕ ਪੰਥ ਚਲਾਉਣਾ ਮੇਰੇ ਨਾਂ ਤੇ। ਉਹ ਤੂੰ ਚਲਾ ਗਿਆ ਪੰਥ ਚਲਾਉਣਾ ਇੱਕ ਮੇਰੇ ਨਾਂ ਤੇ। ਨਾਨਕ ਨੂੰ ਇਹ ਕੰਮ ਨਹੀਂ ਭੇਜਿਆ ਸੀ। ਨਾਨਕ ਨੂੰ ਸਿਰਫ ਕਿਹੜੇ ਕੰਮ ਭੇਜਿਆ ਸੀ? ਜਿਹੜਾ ਪੰਥ, ਜਿਹੜੀ ਗੁਰਮਤਿ ਫਿਲਾਸਫੀ ਤੇ ਫਿਰ ਧੂੜ ਜਮਾਤੀ ਸੀ। ਭਗਤਾਂ ਦੀ ਜਿਹੜੀ ਬਾਣੀ ਸੀ ਉਹਦੇ ਅਰਥਾਂ ਦੇ ਅਨਰਥ ਕਰਕੇ ਫਿਰ ਭੱਬੜ ਭੂਸਾ ਪਾਤਾ ਸੀ। ਉਹਨੂੰ ਠੀਕ ਕਰਨ ਵਾਸਤੇ ਭੇਜਿਆ ਸੀ ਨਾਨਕ ਨੂੰ। ਪੰਥ ਨਹੀਂ ਸੀ। ਪੰਥ ਕਬੀਰ ਨੇ ਵੀ ਨਹੀਂ ਚਲਾਇਆ। ਉਹ ਜੇ ਪੰਥ ਗੁਰੂ ਨਾਨਕ ਦੀ ਗੱਲ ਕਰਦੇ ਨੇ ਜਿਹੜੇ ਇਹ, ਫਿਰ ਕਬੀਰ ਨੇ ਚਲਾਇਆ। ਫਿਰ ਤਾਂ ਪੰਥ ਨਹੀਂ ਚਲਾਇਆ ਕਿਸੇ ਨੇ ਵੀ। ਲੋਕਾਂ ਨੂੰ ਸੱਚ ਦੱਸਿਆ। ਸਾਰੇ ਭਗਤ ਦੱਸਦੇ ਰਹੇ। ਸੱਚਾ ਮਾਰਗ ਦੱਸਿਆ। ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ। ਬਸ ਆਹ ਗੱਲ ਦੱਸੀ ਇਹਨਾਂ ਨੇ। ਅਜੇ ਭਾਸ਼ਾ ਨੇ ਇਹੀ ਗੱਲ ਦੱਸੀ ਹੈ। ਇੱਥੇ ਇੱਕ ਆਰਗੇਨਾਈਜੇਸ਼ਨ ਬਣਾਈ ਹੈ ਪੰਥ ਨਾਲ। ਆਰਗੇਨਾਈਜੇਸ਼ਨ ਜਿਹੜੀ ਸੱਚ ਤੇ ਪਹਿਰਾ ਦਊ ਇਹ ਪੰਥ ਦੀ ਝੰਡਾ ਵਰਦਾਰ ਹੋਊ। ਉਹ ਕਹਿੰਦੇ ਇੱਕ ਆਰਗੇਨਾਈਜੇਸ਼ਨ ਬਣਾ ਕੇ ਆ ਸੰਸਾਰ ਜਿਹੜੀ ਹਰ ਵਕਤ ਰਹੇ। ਆਰਗੇਨਾਈਜ਼ਡ ਬਾਡੀ ਹੋਵੇ, ਉਹ ਇਸ ਮਤ ਤੇ ਚੱਲੇ, ਇਸ ਮਤ ਦੀ ਝੰਡਾ ਵਰਦਾਰ ਹੋਵੇ। ਚਾਹੇ ਉਹਨਾਂ ਨੂੰ ਸੱਚ ਦਾ ਗਿਆਨ ਕਿਸੇ ਵਕਤ ਹੋਵੇ ਚਾਹੇ ਨਾ ਹੋਵੇ, ਪਰ ਆ ਲੈ ਕੇ ਚੱਲੇ ਹੋ। ਗ੍ਰੰਥ ਦਾ ਪਹਿਲਾਂ ਆ ਗਿਆ ਸੀ ਨਾ ਵਜੂਦ ਦੇ ਵਿੱਚ। ਆਦ ਪੋਥੀ ਸਾਹਿਬ ਦਾ ਵਜੂਦ ਵਿੱਚ ਪਹਿਲਾਂ ਹੀ ਸੀ। ਆਰਗੇਨਾਈਜੇਸ਼ਨ ਬਣਾਉਣੀ ਸੀ ਇੱਕ ਬਾਡੀ ਝੰਡਾ ਵਰਦਾਰ ਹਰ ਵਕਤ ਜਿਹੜੀ ਰਹੇ। ਪਹਿਲਾਂ ਏਦਾਂ ਦਾ ਕੁਝ ਨਹੀਂ ਸੀ। ਇਹਨੂੰ ਕਹਿੰਦੇ ਨੇ ਪੰਥ। ਉਹ ਕਹਿੰਦਾ ਨਾ ਕਿ ਨਾਨਕ ਨੇ ਪੰਥ ਨਹੀਂ ਚਾਹਿਆ। ਉਹਨੂੰ ਕੀ ਪਤਾ
ਬਾਂਦਰ ਨੂੰ। ਕਾਲਾ ਬਾਂਦਰ ਦਾ ਬਾਂਦਰ ਸੀ, ਉਹਨੂੰ ਕੀ ਪਤਾ ਗੱਲ ਕੀ ਹੈ। ਬਾਂਦਰ ਚਮਲੀ ਜਾਂਦਾ, ਬੋਲੀ ਜਾਂਦਾ। ਪੰਥ ਆਰਗੇਨਾਈਜੇਸ਼ਨ ਦੋਨੋਂ ਆਰਗੇਨਾਈਜ਼ ਇੱਕ ਬੋਡੀ ਬਣਾਈ, ਪੰਜ ਪਿਆਰੇ ਬਣਾਏ, ਭਾਵੇਂ ਉਹਨਾਂ ਨੂੰ ਗਿਆਨ ਸੀ ਭਾਵੇਂ ਨਹੀਂ ਸੀ। ਉਹ ਗੁਰਮਤ ਦੇ ਝੰਡਾ ਵਰਦਾਰ ਨੇ। ਇਹਦੇ ਜੇ ਇੱਧਰ ਉੱਧਰ ਇਹ ਅੱਖਰ ਵਾਧਾ ਘਾਟਾ ਨਹੀਂ ਹੋਣ ਦੇਣਗੇ। ਜੇ ਨਹੀਂ ਪਤਾ ਲੱਗੂ ਕੋਈ ਹੋਰ ਪਛਾਣ ਲੂ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਛਾਣਨ ਵਾਲੇ ਨੂੰ ਛੇਤੀ ਪਛਾਣ ਲਵੇ ਪੜ੍ਹ ਕੇ। ਪਛਾਣਦੇ ਰਹਿਣ, ਡਿਵੈਲਪਮੈਂਟ ਹੋ ਕੇ ਪਛਾਣਦੇ ਰਹਿਣ, ਤਾਂ ਹੀ ਛੇਤੀ ਪਛਾਣਦੇ। ਸਾਨੂੰ ਪਤਾ ਲੱਗ ਗਿਆ ਜੇ ਗੁਰਬਾਣੀ ਸੀ, ਪਤਾ ਕਿਵੇਂ ਲੱਗ ਜਾਂਦਾ। ਕਬੀਰ ਨੂੰ ਤਾਂ ਪਤਾ, ਉੱਥੇ ਦੱਸਿਆ ਵੀ ਸਾਡੇ ਕੋਲ ਪਈ ਆ, ਉਹ ਪੜ੍ਹ ਲੈ। ਉਹ ਕੁਦਰਤੀ ਚਲਿਆ ਗਿਆ, ਉੱਥੇ ਪੜ੍ਹ ਲਿਆ, ਪਤਾ ਲੱਗ ਗਿਆ। ਮਗਰ ਗੁਰੂ ਨਾਨਕ ਕੋਲ ਭਗਤਾਂ ਦੀ ਬਾਣੀ ਪਈ ਸੀ, ਪੜ੍ਹ ਲਈ, ਪਤਾ ਲੱਗ ਗਿਆ। ਸ਼ਬਦ ਗੁਰੂ ਐਵੇਂ ਤਾਂ ਨਹੀਂ ਨਾਨਕ ਨੇ ਕਿਹਾ ਸ਼ਬਦ ਗੁਰੂ ਸੁਰਤਿ ਚੇਲਾ, ਸ਼ਬਦ ਸੀ ਉਹਨਾਂ ਦੇ ਕੋਲ। ਸੂਤਕ ਪਾਤਕ ਸਭ ਕੁਝ ਕਬੀਰ ਦਾ ਜੋ ਕਿਹਾ ਉਸੇ ਦੀ ਵਿਆਖਿਆ ਕੀਤੀ ਹੋਈ ਹੈ। ਸਾਰੀ ਬਾਣੀ ਉਹਨਾਂ ਦੇ ਕੋਲ ਸੀ ਭਗਤਾਂ ਦੀ। ਚਾਹੇ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ। ਜਹਾਂ ਤਹਾਂ ਤੈ ਧਰਮ ਚਲਾਇਓ, ਜਿੱਥੇ ਕਿਤੇ ਸਾਰੇ ਧਰਮ ਚਲਾਉਣਾ ਆਪਾਂ ਨੇ। ਕੁਬੁੱਧ ਕਰਨ ਤੇ ਲੋਕ ਹਟਾਏ, ਆਹ ਗੱਲ ਹੈ ਨਵੀਂ। ਕੁਬੁੱਧ ਕਰਨ ਤੇ ਹਟਾਉਣਾ ਲੋਕਾਂ ਨੂੰ। ਕੁਬੁੱਧ ਨਵਾਂ ਲਫ਼ਜ਼ ਹੈ। ਜ਼ੁਲਮ ਕਰਦੇ ਨਹੀਂ ਕਿਹਾ ਕਿਤੇ ਹਟਾਉਣਾ। ਸਾਡੀ ਭਾਸ਼ਾ ਹੀ ਪਤਾ ਨਹੀਂ ਕਿੱਥੋਂ ਆਈ ਹੋਈ ਆ, ਜਿਹੜੀ ਬੋਲਦੇ ਨੇ ਉਹ ਮੁੰਡੇ ਬੜੇ ਨਵੇਂ ਬਣੇ ਹੋਏ ਨੇ ਫੈਡਰੇਸ਼ਨ ਵਾਲੇ। ਗੁਰਬਾਣੀ ਦਾ ਪੜ੍ਹਦਾ ਹੀ ਨਹੀਂ ਹੈ, ਇਹਨਾਂ ਨੂੰ ਬੋਲੀ ਉਹ ਨਹੀਂ ਹੁੰਦੀ ਸਿੱਖੀ ਦੀ। ਸਿੱਖੀ ਦੀ ਬੋਲੀ ਨਹੀਂ ਜਾਂ ਤੁਹਾਨੂੰ ਆਉਂਦੀ ਸਿੱਖੀ ਦੀ ਸਮਝ, ਤੁਸੀਂ ਸਿੱਖੀ ਦਾ ਕੀ ਸਵਾਰ ਦੋਗੇ, ਵਿਗਾੜ ਦੋਗੇ, ਤੁਸੀਂ ਨੁਕਸਾਨ ਕਰ ਦੋਗੇ। ਇਸੇ ਕਰਕੇ ਨੁਕਸਾਨ ਹੀ ਕੀਤਾ ਇਹਨਾਂ ਨੇ ਸਿੱਖੀ। ਇਹਨਾਂ ਨੂੰ ਬੋਲੀ ਦਾ ਵੀ ਨਹੀਂ ਪਤਾ ਹੈ। ਜ਼ੁਲਮ ਨਾ ਦੀ ਕੋਈ ਚੀਜ਼ ਨਹੀਂ ਹੈ ਸੰਸਾਰ 'ਚ। ਗੁਰਬਾਣੀ ਨਹੀਂ ਮੰਨਦੀ ਜ਼ੁਲਮ ਨੂੰ। ਜ਼ੁਲਮ ਲਫ਼ਜ਼ ਨਹੀਂ ਵਰਤਿਆ ਗਿਆ ਗੁਰਬਾਣੀ, ਕਦੇ ਜ਼ੁਲਮ ਲਫ਼ਜ਼ ਵਰਤਿਆ ਹੀ ਨਹੀਂ ਗਿਆ। ਉਹ ਦੋਵੇਂ ਪਾਸੇ ਤਾਂ ਉਹ ਆਪੇ ਕਰਦਾ। ਜ਼ੁਲਮ ਕੀ ਹੁੰਦਾ? ਜਾਂ ਦੋਹਾਂ ਸਿਰਿਆਂ ਦਾ ਆਪ ਸੁਆਮੀ ਹੈ, ਜਾਂ ਅਸੀਂ ਕੁਝ ਕਰੇ ਨਹੀਂ ਸਕਦੇ। ਮੰਨਦੇ ਹਾਂ ਅਸੀਂ, ਸਾਤੇ ਹੀ ਕਰਾਉਂਦਾ ਸਭ ਕੁਝ। ਵੀ ਜ਼ਾਲਮ ਤਾਂ ਫਿਰ ਪਰਮੇਸ਼ਰ ਹੀ ਹੋਇਆ। ਜ਼ਾਲਮ ਆਦਮੀ ਕਿਵੇਂ ਹੋ ਜਾਊਗਾ? ਆਦਮੀ ਜ਼ਾਲਮ ਪਸੰਦ, ਜ਼ੁਲਮ ਪਸੰਦ ਹੋ ਸਕਦਾ। ਜ਼ੁਲਮ ਕਰਨ 'ਚ ਉਹਦੀ ਰੁਚੀ ਹੋ ਸਕਦੀ ਹੈ, ਪਰ ਕਰਵਾਉਂਦਾ ਤਾਂ ਕਰੇ ਤੇ ਹੀ ਹੈ ਨਾ। ਜਿਹੜਾ ਉਹਨੇ ਗਲਤ ਕੰਮ ਕਰਾਉਣਾ, ਜਿਹਦੀ ਰੁਚੀ ਗਲਤ ਕੰਮ ਕਰਨੀ, ਉਹ ਤੇ ਕਰਵਾ ਲੈਂਦਾ। ਜਿਹਦੀ ਰੁਚੀ ਹੈ ਨਹੀਂ, ਉਹ ਜਵਾਬ ਦੇ ਦਿੰਦਾ। ਰੁਚੀ ਵਾਲੇ ਦੇ ਕਰਾਵਾਂਗੇ ਨਾ ਕੰਮ। ਲੋਕ ਮਰਡਰ ਕਰਾਉਂਦੇ ਨੇ ਪੈਸੇ ਦੇ ਕੇ, ਰੁਚੀ ਵਾਲੇ ਨੂੰ ਪੈਸੇ ਦਿੰਦੇ ਨੇ ਨਾ। ਜਿਹੜੇ ਖੜੇ ਨੂੰ ਕਿਵੇਂ ਕਹਿ ਦੂ ਵੀ ਤੂੰ ਪੈਸੇ ਲੈ ਕੇ ਮਰਡਰ ਕਰਦੇ ਹੋ, ਕਾਹ ਪੁਲਿਸ ਨੂੰ ਦੱਸ ਦੂ। ਉਹ ਦੇਖਦੇ ਨੇ ਵੀ ਇਹੋ ਜਿਹਾ ਬੰਦਾ ਕੋਈ ਲੱਭੋ, ਉਹੋ ਜਿਹੇ ਬੰਦੇ ਨੂੰ ਕਹਿ ਦਿੰਦੇ ਨੇ। ਰੁਚੀ ਵਾਲੇ ਦਾ ਕੰਮ ਕਰਾਉਂਦੇ ਹੁੰਦੇ ਨੇ ਲੋਕ, ਬਿਨਾਂ ਰੁਚੀ ਵਾਲੇ ਦਾ ਕੰਮ ਕਰਾ ਲੂ। ਇਸ ਕਰਕੇ ਜ਼ੁਲਮ ਬਣਾਉਣ ਦੀ ਕੋਈ ਚੀਜ਼ ਨਹੀਂ ਇੱਥੇ। ਕੁਬੁੱਧ ਕਰਨ ਤੇ ਲੋਕ ਹਟਾਏ। ਕੁਬੁੱਧ ਕੀ ਹੈ? ਕੁਬੁੱਧ ਹੁੰਦੀ ਕੀ ਹੈ? ਉਹ ਭਾਣੇ ਦੇ ਖਿਲਾਫ ਚੱਲਣਾ ਕੁਬੁੱਧ ਹੈ। ਜੋ ਕੰਮ ਕਰਨਾ ਆਇਆ ਉਹ ਨਾ ਕਰਨਾ ਕੁਬੁੱਧ ਹੈ। ਬਸ ਜਿਹੜੇ ਅਸੀਂ ਕਰਨ ਆਏ ਆ ਉਹ ਨਾ ਕਰਨਾ ਕੁਬੁੱਧ ਹੈ। ਭਾਣੇ ਤੋਂ ਖਿਲਾਫ ਚੱਲਣਾ ਕੁਬੁੱਧ ਹੈ। ਪੁੱਠੀ ਬੁੱਧੀ ਹੋ ਜਵੇ, ਜੀਵਨ ਆਪਣਾ ਨੁਕਸਾਨ ਕਰ ਲਵੇ, ਗਵਾ ਲਵੇ, ਕੁਬੁੱਧ ਹੈ। ਕਿਉਂਕਿ ਸ਼ਾਇਦ ਤੱਕ ਕੁਬੁੱਧ ਉਹ ਕਰ ਰਹੇ ਨੇ ਤਾਂ ਨਹੀਂ ਕਹਿੰਦੇ, ਤਾਂ ਜ਼ੁਲਮ ਦੀ ਗੱਲ ਕਰਦੇ ਨੇ। ਕੁਬੁੱਧ ਮਗਰ ਤਾਂ ਲੱਗੇ ਹੋਏ ਨੇ। ਉਹ ਜਿੰਨੇ ਫੈਡਰੇਸ਼ਨ ਵਾਲੇ ਮੁੰਡੇ ਨੇ ਲੱਗੇ ਹੋਏ ਨਾ ਸਿੱਖੀ ਵੱਲ, ਇਹ ਕੁਬੁੱਧ ਵੱਲ ਲੱਗੇ ਹੋਏ ਨੇ ਸਾਰੇ। ਇਹਨਾਂ ਨੂੰ ਭੁਲੇਖਾ ਹੈ, ਕਿਉਂਕਿ ਜੋ ਕੰਮ ਕਰਨਾ ਆਏ ਨੇ ਉਹ ਕਰ ਨਹੀਂ ਰਹੇ। ਜੋ ਕੰਮ ਕਰਨ ਆਏ ਨੇ ਗੁਰਮਤਿ ਗ੍ਰਹਿਣ ਕਰਨਾ, ਉਹ ਤਾਂ ਕਰੇ ਨਹੀਂ ਰਹੇ। ਗੁਰਮਤਿ ਦਾ ਗਿਆਨ ਨਹੀਂ ਹੈ, ਸੱਚੇ ਮਾਰਗ ਤੇ ਚੱਲੇ ਨਹੀਂ ਰਹੇ। ਫਿਰ ਕੀ ਕਰ ਰਹੇ ਨੇ ਕੁਬੁੱਧ? ਇਸੇ ਨੂੰ ਕੁਬੁੱਧ ਕਹਿੰਦੇ ਨੇ। ਇਸੇ ਨੂੰ ਕੁਬੁੱਧ ਕਹਿੰਦੇ ਨੇ। ਕਵੀਬਾਜ ਦੋਹਰਾ ਠਾੜ ਪਿਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਨਿਆਏ। ਠਾੜ ਪਿਓ ਮੈਂ ਜ਼ੋਰ ਕਰ, ਠਾਂਡ ਨਹੀਂ ਹੈ ਲਫ਼ਜ਼। ਠਾੜ ਠਾੜਾ ਹੁੰਦਾ ਬੜਾ ਹੋ ਜਾਣਾ, ਖੜਾ ਹੋ ਜਾਣਾ ਉੱਠ ਕੇ। ਬੈਠੇ ਸੀ ਨਾ, ਠਾੜ ਪਿਓ ਮੈਂ ਜ਼ੋਰ ਕਰ, ਬਚਨ ਕਹਾ ਸਿਰ ਮੈਂ ਉੱਠ ਕੇ ਖੜਾ ਹੋ ਗਿਆ। ਇਹ ਸਭ ਕੁਝ ਸੁਣ ਕੇ ਔਰ ਸਿਰ ਨੀਵਾਂ ਕਰਕੇ ਇੱਕ ਅੱਗੋਂ ਮੈਂ ਬਚਨ ਕੀਤਾ। ਬਚਨ ਕਹਾ
ਸਿਰ ਲਿਆਏ। पंथ चले ਝੁਕ तब ਕੇ। जगत में जब तुम करो सहाय। ਪੰਥ ਚਲੇ ਤਬ ਜਗਤ ਮੈਂ ਜਬ ਤੁਮ ਕਰੋ ਸਹਾय। ਪੰਥ ਇਹ ਗੱਲ ਗਲਤ ਹੈ ਕਿ ਪੰਥ ਕੋਈ ਆਦਮੀ ਚਲਾ ਸਕਦਾ ਹੈ। ਪੰਥ ਤਾਂ ਚੱਲ ਸਕਦਾ ਹੈ ਜਗਤ ਦੇ ਵਿੱਚ ਜੇ ਤੂੰ ਸਹਿ ਤਾਂ ਤੂੰ ਹਰ ਵਕਤ ਰਹਿਣਾ। ਮੈਂ ਤਾਂ ਜਾ ਕੇ ਆ ਜਾਣਾ ਪੰਥ ਕੀ ਮੈਂ ਕਿਵੇਂ ਗਰੰਟੀ ਕਰ ਲਵਾਂ ਕਿ ਪੰਥ ਚੱਲਦਾ ਰਹੂਗਾ। ਚਲਾਇਆ ਹੋਣਾ ਮੈਂ ਉਹ ਵੀ ਜਿਵੇਂ ਤੂੰ ਕਹੇਗਾ ਬਾਅਦ ਤੇਰੀ ਜ਼ਿੰਮੇਵਾਰੀ ਹੈ। ਅੱਖਰ ਲਿਖਦੇ ਤੇ ਅਸੀਂ ਗੁਰਬਾਣੀ ਦੇ ਹੁਣ ਪੋਥੀ ਪਰਮੇਸ਼ਰ ਦਾ ਥਾਨ ਹੈ। ਇਹ ਆ ਜਿਹਨੇ ਲਿਖੇ ਨੇ ਤੇ ਸਰਨਾ ਹੈ ਉਹ ਜਿਹਨੇ ਲਿਖੇ ਨੇ ਅੱਖਰ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ। ਇਹ ਅੱਖਰਾਂ ਦੀ ਜ਼ਿੰਮੇਵਾਰੀ ਹੈ ਫਿਰ ਤੇਰੀ ਲਿਖਾਉਣ ਵਾਲੇ ਦੀ ਜ਼ਿੰਮੇਵਾਰੀ। ਇਹ ਤਾਂ ਲਿਖਾਉਣ ਵਾਲੇ ਦੀ ਜ਼ਿੰਮੇਵਾਰੀ ਹੈ। ਕੰਮ ਤੇਰਾ ਕਰਨ ਦਾ ਹੈ ਵੀ ਬਾਅਦ ਤੇਰੀ ਜ਼ਿੰਮੇਵਾਰੀ ਹੈ। ਹਾਂਜੀ ਚੌਪਈ ਇਹ ਕਾਰਨ ਪ੍ਰਭ ਮੋਹੇ ਪਠਾਇਓ। ਆ ਕਾਰਨ ਸੀ ਮੇਰੇ ਜਨਮ ਲੈਣ ਦਾ। ਇਹ ਕਾਰਨ ਪਰਮੇਸ਼ਰ ਨੇ ਮੈਨੂੰ ਇੱਥੇ ਭੇਜਿਆ। ਤਬ ਮੈਂ ਜਗਤ ਜਨਮ ਧਰ ਆਇਓ। ਇਸ ਕਰਕੇ ਮੈਂ ਸੰਸਾਰ ਜਾ ਕੇ ਜਨਮ ਲੈ ਲਿਆ। ਜਿਮ ਤਿਨ ਕਹੀ ਤਿਨੈ ਤਿਮ ਕਹੂੰ। ਜਿਵੇਂ ਪ੍ਰਭੂ ਨੇ ਪਰਮੇਸ਼ਰ ਨੇ ਮੈਨੂੰ ਜਿਹੜੀ ਗੱਲ ਕਹੀ ਹੈ ਮੈਂ ਉਹੀ ਕਹੀ ਹੈ। ਨਾ ਕੋ ਵੱਧ ਕਹੀ ਹੈ ਨਾ ਘੱਟ ਕਹੀ। ਔਰ ਕਿਸੂ ਤੇ ਬੈਰ ਨ ਗਹੂੰ। ਮੈਂ ਕਿਸੇ ਨਾਲ ਵੈਰ ਨਹੀਂ ਕੀਤਾ। ਜੇ ਮੈਂ ਸਾਰਿਆਂ ਦੀਆਂ ਗੱਲਾਂ ਦੱਸੀਆਂ ਨੇ ਨਾ ਵੀ ਕੌਣ ਰਾਮਾਨੰਦ ਭੇਜਿਆ ਆ ਕੋਈ ਭੇਜਿਆ ਮੈਂ ਕੋਈ ਕਿਸੇ ਨਾਲ ਵੈਰ ਭਾਵਨਾ ਨਾਲ ਨਹੀਂ ਗੱਲ ਕੀਤੀ ਹੈ। ਜਿਵੇਂ ਉਹਨੂੰ ਮੈਨੂੰ ਦੱਸਿਆ ਮੈਂ ਲਿਖਤਾ ਉਹ ਵੀ ਲਿਖਤਾ। ਮੁਸਲਮਾਨਾਂ ਬਾਰੇ ਜੋ ਦੱਸਿਆ ਦੇਵਤਿਆਂ ਬਾਰੇ ਰਾਖਸ਼ਾਂ ਬਾਰੇ ਜਿਵੇਂ ਵੀ ਉਹਨੇ ਕਿਹਾ ਕੌਣ ਕੌਣ ਮੈਂ ਪੈਦਾ ਕੀਤੇ ਕਿਵੇਂ ਕਿਵੇਂ ਕੀਤਾ ਜੋ ਮੈਨੂੰ ਉਹਨੇ ਕਿਹਾ ਮੈਂ ਉਹੀ ਗੱਲ ਕਹੀ ਹੈ। ਮੈਂ ਕੋਈ ਬੈਰ ਭਾਵਨਾ ਰੱਖ ਕੇ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਜੋ ਹਮ ਕੋ ਪਰਮੇਸ਼ਰ ਉੱਚ ਰਹਿ। ਦੂਜੀ ਗੱਲ ਇਹ ਹੈ ਜੇ ਕੋਈ ਮੈਨੂੰ ਉਹ ਕਹੇ ਨਾ ਵੀ ਇਹੀ ਪਰਮੇਸ਼ਰ ਹੈ ਇਹ ਵੀ ਸੁਣ ਲਓ ਤੇ ਸਭ ਨਰਕ ਕੁੰਡ ਪਰ ਪਰਮੇਸ਼ਰ ਮੈਂ ਵੀ ਨਹੀਂ ਹੈਗਾ ਵੀ ਮੈਂ ਆਪਣੇ ਆਪ ਨੂੰ ਬੜਾ ਕਰਨ ਖਾਤਰ ਉਹਨੂੰ ਨੀਵਾਂ ਕਰਦਾ ਹੋਵਾਂ। ਇਹ ਗੱਲ ਨਹੀਂ ਹੈ ਵੀ ਉਹਨਾਂ ਨੂੰ ਮੈਂ ਨੀਵਾਂ ਤਾਂ ਦੱਸਿਆ ਆਪਣੇ ਆਪ ਨੂੰ ਉੱਚਾ ਕਰਨ ਵਾਸਤੇ। ਇਹ ਵੀ ਗੱਲ ਨਹੀਂ ਹੈ ਇਹ ਵੀ ਦਿਮਾਗ ਚੋਂ ਕੱਢ ਦਿਓ। ਜੇ ਕੋਈ ਮੈਨੂੰ ਪਰਮੇਸ਼ਰ ਕਹੂ ਕੱਲ ਨੂੰ ਉਹ ਵੀ ਨਰਕ ਕੁੰਡ ਵਿੱਚ ਪਊਗਾ। ਨਾ ਉਹ ਪਰਮੇਸ਼ਰ ਸੀ ਨਾ ਮੈਂ ਪਰਮੇਸ਼ਰ। ਜਿਹੜਾ ਜਨਮ ਲੈਂਦਾ ਹੁੰਦਾ ਉਹਦਾ ਬੰਦਾ ਹੁੰਦਾ ਪਰਮੇਸ਼ਰ ਨਹੀਂ ਹੁੰਦਾ। ਮੋਕੋ ਦਾਸ ਤਮਨ ਕਾ ਜਾਨੋ। ਉਹਦਾ ਦਾਸ ਹੁੰਦਾ ਹੈ। ਮੈਨੂੰ ਉਹਦਾ ਦਾਸ ਮੰਨ ਕੇ ਚੱਲਿਓ ਗੁਰੂ ਨਾ ਮੰਨ ਲਿਓ ਕਿਤੇ। ਜਾਂ ਮੈਂ ਭੇਦ ਹੋਰ ਅਸੀਂ ਤਾਂ ਗੁਰੂ ਮੰਨ ਲਿਆ ਗਾਹ ਗੁਰਿਆਈ ਵੀ ਦਵਾਤੀ। ਉਹ ਕੰਮ ਕਰ ਲਿਆ ਨਰਕ ਕੁੰਡ 'ਚ ਜਾਣ ਵਾਲਾ ਕੰਮ ਕਰ ਲਿਆ। ਸਿੱਖਾਂ ਨੇ ਮਤ ਮਾਰੀ ਗਈ ਨਾ ਆ ਨਹੀਂ ਨਾ ਪੜਦੇ ਤਾਂ ਦਾਸ ਤਵਨ ਕਾ ਜਾਨੋ। ਜਾਂ ਮੈਂ ਭੇਦ ਨ ਰੰਚ ਪਛਾਨੋ। ਇਹਦੇ ਵਿੱਚ ਇੱਕ ਰੱਤੀ ਜਿੰਨਾ ਭੇਦ ਨਾ ਜਾਣਿਆ ਵੀ ਜੀ ਗੁਰੂ ਨੇ ਜੀ ਨਿਮਰਤਾ ਨਾ ਕਹਿਤਾ ਹੋ ਜੀ ਐ ਕਹਿਤਾ ਹੋ ਕਿ ਇਹਦੇ ਚ ਹੀਨ ਵੇਖਦੀ ਬਿਲਕੁਲ ਕੋਈ ਗੁੰਜਾਇਸ਼ ਨਹੀਂ। ਆਪਣੀ ਮਤ ਨੇ ਚਲਾ ਲਿਓ ਕਿਤੇ ਇੱਥੇ। ਇਹਦੇ ਭੇਦ ਇੱਕ ਰੱਤੀ ਜਿੰਨਾ ਭੇਦ ਨਾ ਕੋਈ ਮੰਨ ਲਵੇ ਗਲਤੀ ਕਰ ਲਵੇ ਫਿਰ ਨਾ ਕਿਉਂ ਦੱਸਿਆ ਨਹੀਂ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ। ਮੈਂ ਹੂੰ ਪਰਮ ਪੁਰਖ ਕੋ ਦਾਸਾ। ਮੈਂ ਪਰਮ ਪੁਰਖ ਦਾ ਦਾਸ ਹਾਂ। ਦੇਖਣ ਆਇਓ ਜਗਤ ਮੈਂ ਤਮਾਸ਼ਾ। ਜਗਤ ਦਾ ਤਮਾਸ਼ਾ ਦੇਖਣਾ ਆ। ਆਪਣੀ ਮਤ ਜਿਹੜਾ ਚਲਾ ਲੂਗਾ ਨਰਕ ਚਲੇ ਜਾਊ ਕੋਈ ਲਿਹਾਜ਼ ਨਹੀਂ ਹੈ। ਜੋ ਪ੍ਰਭ ਜਾਗਤ ਕਹਾ ਸੋ ਕਹੂੰ। ਜੋ ਪ੍ਰਭ ਜਗਤ ਕਹਾ ਸੋ ਕਹੂੰ। ਜੋ ਪ੍ਰਭੂ ਨੇ ਮੈਨੂੰ ਕਿਹਾ ਮੈਂ ਜਗਤ ਨੂੰ ਉਹੀ ਦੱਸ ਰਿਹਾ। ਤਮਾਸ਼ਾ ਦੇਖਣਾ ਹੈ ਕਰਨੀ। ਮੈਂ ਕਰਨ ਨਹੀਂ ਆਇਆ ਤਮਾਸ਼ਾ ਦੁਨੀਆ ਕਰਨ ਆਉਂਦੀ ਹੈ ਮੈਂ ਦੇਖਣਾ ਆ। ਜੋ ਮੈਂ ਸੰਸਾਰ ਜੋ ਗੱਲ ਕਹਿ ਰਿਹਾ ਜੋ ਮੈਨੂੰ ਕਿਹਾ ਮਿਰਤ ਲੋਕ ਕੇ ਲੋਕ ਮੌਨ ਨਾ ਰਹਿੂ। ਮਿਰਤ ਲੋਕ ਤੇ ਮੌਨ ਨ ਆ ਰਹੂੰ। ਮਿਰਤ ਲੋਕ ਆ ਇੱਥੇ ਮੈਂ ਚੁੱਪ ਕਰਕੇ ਨਹੀਂ ਰਹਿ ਸਕਦਾ। ਜੋ ਮੈਨੂੰ ਕਿਹਾ ਮੈਂ ਕਹਿ ਦੇਣੀ ਹੈ ਗੱਲ। ਜੋ ਮੈਂ ਕਰਨਾ ਆ ਤੁਹਾਨੂੰ ਦੱਸਦੀ ਆ ਕਰਨਾ ਆ ਉਹਨੇ ਕਿਹਾ ਇਹ ਮੈਂ ਕਰੂੰਗਾ। ਆ ਜਿਹੜੀ ਭੇਦ ਖੋਲਤਾ ਨਾ ਉਹਨਾਂ ਨੇ ਕਿਹਾ ਮਹਾਦੀਨ ਵੀ ਗਿਆ ਸਾਰੇ ਹੀ ਗਏ ਹੁਣ ਇਹੀ ਧਰਮ ਰਹਿ ਜੂਗਾ। ਇੱਥੋਂ ਸਾਰੇ ਇਕੱਠੇ ਹੋ ਗਏ। ਆ ਭੇਦ ਉਹਨਾਂ ਨੇ ਤਾਂ ਬੁੱਝ ਲਿਆ। ਉਹਨਾਂ ਨੇ ਕਿਹਾ ਸਾਰੇ ਇਕੱਠੇ ਹੋ ਜਾਓ ਹੁਣ। ਤੇ ਤਾਂ ਹੀ ਨਗਾਰੇ ਬਣਾ ਰਿਹਾ ਕਿਤੇ ਦੂਏ ਲੋਟੇ ਨਾ ਕਰ ਦੇਵੇ ਕੰਮ। ਫੌਜਾਂ ਇਕੱਠੀਆਂ ਕਰਕੇ ਕਬਜ਼ਾ ਹੀ ਕਰ ਲਵੇ ਸਾਰਿਆਂ ਤੇ। ਜਿਵੇਂ ਅਵਤਾਰ ਹੁੰਦੇ ਰਹੇ ਨੇ ਪਿੱਛੇ 24 ਅਵਤਾਰਾਂ 'ਚ ਵੀ ਲਿਖੀ ਹੈ ਨਾ ਕਥਾ।
ਹਾਂਜੀ ਨਰਾਜ ਛੰਦ ਕਹਿਉ ਪ੍ਰਭੂ ਸੋ ਭਾਖ ਹੂੰ ਕਿਸੂ ਨਾ ਕਾਨ ਰਾਖ ਹੂੰ। ਜੋ ਮੈਨੂੰ ਪਰਮੇਸ਼ਰ ਨੇ ਕਿਹਾ ਮੈਂ ਉਹੀ ਗੱਲ ਕਹਿ ਰਿਹਾ। ਕੋਈ ਆਪਣੇ ਕੰਨ 'ਚ ਨਹੀਂ ਰੱਖੀ ਗੱਲ ਵੀ ਕੁਝ ਗੱਲ ਬਚਾ ਲਈ, ਇਹ ਡਰ ਭੈ ਨਾ ਨਹੀਂ ਕਹੀ, ਸਾਰੀ ਉਹ ਕਹਿਤੀ। ਕਿਸੂ ਨਾ ਕਾਨ ਰਾਖ ਹੂੰ ਮੈਂ ਕੰਨ ਨਹੀਂ ਰੱਖਿਆ, ਰੱਖ ਕੋਈ ਗੱਲ ਆਪਣੇ ਅੰਦਰ ਛੁਪਾ ਕੇ ਨਹੀਂ ਰੱਖੀ। ਹਾਂ ਕਿਸੂ ਨਾ ਭੇਖ ਭੀਜ ਹੂੰ ਮੈਂ ਕਿਸੇ ਵੀ ਭੇਖ ਨਾਲ ਨਹੀਂ ਭਿੱਜਦਾ। ਕਿ ਅੱਜ ਕੋਈ ਕਹੇ ਨਾ ਸਾਨੂੰ ਵੀ ਖਾਲਸੇ ਵਾਲੇ ਭੇਖ ਨਾਲ ਭਿੱਜ ਜੂ, ਸਾਡੇ ਨਾਲ ਵੀ ਨਹੀਂ ਭੇਜਣਾ ਭੇਖ ਨਾਲ। ਭੇਖ ਕਿਸੇ ਨਾਲ ਨਹੀਂ ਭੇਜਣਾ ਵੀ ਅਸੀਂ ਬਾਣਾ ਪਾਈ ਫਿਰਦੇ ਹਾਂ ਜੀ ਗੁਰੂ ਖਾਨੀ ਸਾਡੇ ਖੁਸ਼ ਹੋਵੇ, ਇਹ ਗੱਲ ਵੀ ਗਲਤ। ਅਲੇਖ ਬੀਜ ਬੀਜ ਹੂੰ ਅਲੇਖ ਬੀਜ ਬੀਜੂ, ਮੈਂ ਤਾਂ ਅਲੇਖ ਬੀਜ ਬੀਜਣਾ ਹਿਰਦਿਆਂ 'ਚ। ਅਲੇਖ ਬੀਜ ਹੁੰਦਾ ਕਿ ਲੇਖਾ ਪਾੜ ਦੇਣਾ, ਸਭ ਦਾ ਲੇਖਾ ਨਹੀਂ ਹੁੰਦਾ, ਪਾਣਾ ਮੰਨੋ। ਇਹ ਬੀਜ ਬੀਜਦਾ ਤੁਹਾਡੇ ਅੰਦਰ, ਲੇਖੇ ਦੇ ਨਾਲ ਛੁਟਕਾਰਾ ਨਹੀਂ ਹੈ। ਇਹ ਗੱਲ ਤੁਹਾਨੂੰ ਕਹਿਤੀ, ਲੇਖਾ ਪਾੜ ਦੇਣਾ ਅਲੇਖ ਬੀਜ ਹੈ। ਪਖਾਨ ਪੂਜ ਹੋ ਨਹੀਂ ਮੈਂ ਪੱਥਰ ਪੂਜ ਨਹੀਂ ਹਾਂ, ਤਾਂ ਹੀ ਕਿਹਾ ਸੀ ਉਹਨਾਂ ਨੂੰ ਪੱਥਰ ਪੂਜ ਨਹੀਂ ਹਾਂ। ਨਾ ਭੇਖ ਸਾਡਾ ਭੀਜ ਗੁਰੂ ਪੱਥਰ ਪੂਜ ਨਹੀਂ ਹੈ ਜਿਹੜਾ ਤੁਹਾਡੀ ਹੈ। ਤੁਸੀਂ ਸਾਡੇ ਹੀ ਘਰ ਪੱਥਰ ਪੂਜਾ ਕਰਨਾ ਚਾਹੁੰਦੇ ਰਾਮਚੰਦਰ ਦੇ, ਸਾਨੂੰ ਬਰਦਾਸ਼ਤ ਨਹੀਂ ਹੈ ਇਹ ਗੱਲ। ਉਹ ਅਸੀਂ ਪੱਥਰ ਪੂਜ ਦੇ ਖਿਲਾਫ ਹਾਂ। ਸਾਡੇ ਹੀ ਘਰ ਤੁਸੀਂ ਕਹਿੰਦੇ ਅਸੀਂ ਪੱਥਰ ਪੂਜਾ ਸ਼ੁਰੂ ਕਰਨੀ ਹੈ, ਫਿਰ ਤੁਸੀਂ ਕਹਿੰਦੇ ਸਾਡੀ ਮਦਦ ਕਰੋ ਪੱਥਰ ਪੂਜਾ 'ਚ, ਰਾਮ ਜਨਮ ਭੂਮੀ ਤੇ। ਰਾਮ ਜਨਮ ਭੂਮੀ ਤੇ ਚੰਗੀ ਗੱਲ ਹੈ। ਅਸੀਂ ਪੱਥਰ ਪੂਜਾ ਤੇ ਤਾਂ ਹਟਾਉਣਾ ਸੰਸਾਰ ਨੂੰ, ਤੁਸੀਂ ਉਹ ਤਾਂ ਕਰਨੀ ਚਾਹੁੰਦੇ ਹੋ। ਤੁਸੀਂ ਸਾਡੀ ਸਿੱਖੀ ਛਡਾਉਣਾ ਚਾਹੁੰਦੇ ਹੋ, ਤੇ ਤੁਸੀਂ ਸਾਡੇ ਕਾਹਦੇ ਹੋਏ ਫਿਰ? ਤੁਸੀਂ ਤਾਂ ਦੁਸ਼ਮਣ ਹੋਏ ਸਾਡੇ। ਦੁਸ਼ਮਣੀ ਕਰ ਰਹੇ ਹੋ ਤੁਸੀਂ, ਤਾਂ ਗੁਰੂ ਤੋਂ ਤੋੜ ਰਹੇ ਹੋ ਸਾਨੂੰ। ਹਾਂਜੀ ਨਾ ਭੇਖ ਭੀਜ ਹੋ ਕਹੀਂ ਮੈਂ ਕਿਸੇ ਭੇਖ ਨਾਲ ਨਹੀਂ ਭੇਜਦਾ। ਅਨੰਤ ਨਾਮ ਗਾਏ ਹੂੰ ਪਰਮ ਪੁਰਖ ਪਾਏ ਹੂੰ। ਅਨੰਤ ਨਾਮ ਮੈਂ ਗਾਇਨ ਕੀਤਾ, ਪਰਮ ਪੁਰਖ ਦੀ ਪ੍ਰਾਪਤੀ ਕਰ ਲਈ, ਮੈਨੂੰ ਪਰਮ ਪੁਰਖ ਦੀ ਪ੍ਰਾਪਤੀ ਹੋ ਗਈ। ਅਨੰਤ ਨਾਮ ਮੈਂ ਗਾਏ ਨੇ ਔਰ ਪਰਮ ਪੁਰਖ ਨੂੰ ਮੈਂ ਪਾ ਲਿਆ ਹੈ। ਮੈਂ ਪੱਥਰ ਪੂਜਣ ਵਾਲਾ ਨਹੀਂ, ਪਖਾਣ ਪੱਥਰ ਹੁੰਦਾ। ਪਖਾਣ ਪੂਜ ਹੂੰ ਨਹੀਂ, ਮੈਂ ਮੂਰਤੀ ਪੂਜਕ ਨਹੀਂ ਹਾਂ, ਪੱਥਰ ਪੂਜਕ ਨਹੀਂ ਹਾਂ ਮੈਂ। ਨਾ ਭੇਖ ਭੀਜ ਹੋ ਕਹੀਂ ਨਾ ਕਿਸੇ ਭੇਖ ਤੇ ਮੈਂ ਪ੍ਰਭਾਵਿਤ ਹਾਂ। ਜਿੰਨੇ ਵੀ ਧਰਮ ਦੇ ਭੇਖ ਨੇ, ਕਿਸੇ ਵੀ ਭੇਖ ਤੋਂ ਪ੍ਰਭਾਵਿਤ ਹੋਣ ਵਾਲਾ ਨਹੀਂ ਹਾਂ। ਕੋਈ ਵੀ ਭੇਖ ਮੈਨੂੰ ਪ੍ਰਭਾਵਿਤ ਨਹੀਂ ਕਰ ਸਕਦਾ। ਜਿਹੜਾ ਇਹ ਭਾਵੇਂ ਜਦ ਲਿਖਿਆ ਗਿਆ ਉਦੋਂ ਖਾਲਸੇ ਦੀ ਜਿਹੜੀ ਵਰਦੀ ਹੈ ਉਦੋਂ ਨਹੀਂ ਸੀ। ਜਿਹੜਾ ਖਾਲਸਾ ਪੰਥ ਸਾਜਿਆ ਉਹ ਤੋਂ ਪਹਿਲਾਂ ਦਾ ਲਿਖਿਆ ਹੋਇਆ ਹੈ ਸਾਰਾ। ਇਹ ਵਰਦੀ ਨੂੰ ਭੇਖ ਨਹੀਂ ਕਹਿ ਸਕਦੇ ਅਸੀਂ, ਕਿਉਂਕਿ ਭੇਖ ਲਿਖਿਆ ਹੋਇਆ। ਭੇਖ ਮੇਰਾ, ਮੈਂ ਕਿਸੇ ਭੇਖ ਤੇ, ਇਹ ਭੇਖ ਨਹੀਂ ਹੈ, ਵਰਦੀ ਹੈ। ਖਾਲਸਾ ਕਾਲਪੁਰਖ ਕੀ ਫੌਜ ਹੈ, ਫੌਜ ਦੀ ਵਰਦੀ ਹੁੰਦੀ ਹੈ, ਭੇਖ ਨਹੀਂ ਹੁੰਦਾ। ਭੇਖ ਹੋਰ ਚੀਜ਼ ਹੈ, ਵਰਦੀ ਹੋਰ ਚੀਜ਼ ਹੈ। ਭੇਖ ਬਦਲਿਆ ਨਹੀਂ ਜਾ ਸਕਦਾ, ਵਰਦੀ ਬਦਲੀ ਜਾ ਸਕਦੀ ਹੈ। ਭੇਖ ਹੋਰ ਚੀਜ਼ ਹੈ, ਵਰਦੀ ਹੋਰ ਚੀਜ਼। CID ਲੈਣ ਵਾਸਤੇ ਫੌਜ ਵਾਲੇ ਵਰਦੀ ਬਦਲ ਕੇ CID ਲੈ ਲੈਂਦੇ ਨੇ। ਸੁੱਖਾ ਸਿੰਘ ਮੁਤਾਬ ਤੋਂ ਜਾਂ ਸਿਰ ਵੱਢ ਕੇ ਲੈ ਰਹੇ ਨੇ, ਅੰਗਾ ਸਿੰਘਾਂ ਦੇ ਭੇਸ ਨਹੀਂ ਸੀ ਉਹਨਾਂ ਦਾ। ਜੇ ਵਰਦੀ ਬਦਲ ਕੇ ਨਾ ਜਾਂਦੇ ਉੱਥੇ ਜਾ ਨਹੀਂ ਸਕਦੇ। ਭੇਖ ਨਹੀਂ ਬਦਲਿਆ ਜਾ ਸਕਦਾ, ਵਰਦੀ ਬਦਲੀ ਜਾ ਸਕਦੀ। ਉਹ ਤਾਂ ਨਿਹੰਗ ਸਿੰਘ ਸੀਗੇ, ਜੇ ਨਿਹੰਗ ਸਿੰਘ ਬਣ ਕੇ ਜਾਂਦੇ ਕੌਣ ਜਾਣ ਦਿੰਦਾ ਉੱਥੇ। ਇਸ ਕਰਕੇ ਅਸੀਂ ਲਕੀਰ ਦੇ ਫਕੀਰ ਨਹੀਂ ਹੈਗੇ। ਇਹਨੂੰ ਭੇਖ ਕਹਿਣਾ ਜਾਇਜ਼ ਨਹੀਂ ਹੈ। ਵਰਦੀ ਹੈ, ਜੇ ਲੋੜ ਹੈ ਤਾਂ ਭੇਖ ਵਰਦੀ ਬਦਲੀ ਜਾ ਸਕਦੀ ਹੈ, ਬਿਨਾਂ ਲੋੜ ਤੇ ਨਹੀਂ ਬਦਲੀ ਜਾ ਸਕਦੀ। ਇਹ ਵੀ ਗੱਲ, ਖਾਸ ਲੋੜ ਦੇ ਉੱਤੇ ਹੀ ਵਰਦੀ ਬਦਲੀ ਜਾ ਸਕਦੀ ਹੈ। ਖੁਦ ਦਸਮ ਪਾਤਸ਼ਾਹ ਨੇ ਜਦੋਂ ਮਾਛੋੜੇ ਤੇ ਨਿਕਲੇ ਨੇ ਵਰਦੀ ਬਦਲੀ ਹੈ, ਖੁਦ ਉਹਨਾਂ ਨੇ ਬਦਲੀ ਹੈ। ਉੱਚੇ ਦੇ ਪੀਰ ਬਣਨ ਦੇ ਵਿੱਚ ਵਰਦੀ ਬਦਲੀ, ਤਾਂ ਹੀ ਉੱਚੇ ਦੇ ਪੀਰ ਬਣੇ। ਧਰਮ ਨੀਤੀ ਜਾਂ ਯੁੱਧ ਨੀਤੀ ਦੇ ਵਿੱਚ, ਯੁੱਧ ਨੀਤੀ ਜਾਂ ਧਰਮ ਨੀਤੀ,
ਰਾਜਨੀਤੀ 'ਚ ਵਰਦੀ ਨਹੀਂ ਬਦਲੀ ਜਾ ਸਕਦੀ, ਰਾਜਨੀਤੀ ਵਾਸਤੇ ਵਰਦੀ ਨਹੀਂ ਬਦਲੀ ਜਾ ਸਕਦੀ। ਜਿਹੜੇ ਰਾਜਨੀਤੀ ਵਾਸਤੇ ਵਰਦੀ ਬਦਲਦੇ ਨੇ ਉਹ ਸਿੱਖ ਨਹੀਂ ਹਨ, ਫਿਰ ਉਹ ਫੌਜੀ ਨਹੀਂ ਹਨ। ਫੌਜ ਖਾਲਸਾ ਨਹੀਂ ਕਹਾ ਸਕਦੇ। ਉਹ ਰਾਜਨੀਤੀ ਵਾਸਤੇ ਨਹੀਂ ਵਰਦੀ ਬਦਲੀ ਜਾ ਸਕਦੀ। ਰਾਜਨੀਤੀ ਦਾ ਸਵਾਰਥ ਹੈ, ਪਰਮਾਰਥ ਵਾਸਤੇ ਵਰਦੀ ਬਦਲੀ ਜਾ ਸਕਦੀ ਹੈ। ਸੁੱਖਾ ਦੇ ਮੁਤਾਬਕ ਉਹਨੇ ਪਰਮਾਰਥ ਦਾ ਹੀ ਕੰਮ ਕੀਤਾ ਸੀ। ਬਸ ਰੰਗੜਾ ਦਾ ਸਿਰ ਵੱਢਣਾ ਪਰਮਾਰਥ ਦਾ ਕੰਮ ਸੀ। ਪਰਮਾਰਥ ਵਾਸਤੇ ਤਾਂ ਵਰਦੀ ਬਦਲੀ ਜਾ ਸਕਦੀ ਹੈ, ਸਵਾਰਥ ਵਾਸਤੇ ਨਹੀਂ ਬਦਲੀ ਜਾ ਸਕਦੀ। ਇਹੀ ਇਹ 'ਚ ਬਰੀਕ ਫਰਕ ਹੈ। ਪਰਮਾਰਥ ਔਰ ਸਵਾਰਥ ਚਾਹੇ ਸਿੱਧ ਹੋਵੇ ਚਾਹੇ ਨਾ ਹੋਵੇ, ਵਰਦੀ ਨਹੀਂ ਬਦਲੀ ਜਾ ਸਕਦੀ। ਜੇ ਸਾਡਾ ਕੰਮ ਪਰਮਾਰਥ ਦਾ ਕਿਤੇ ਅੜ ਜਾਵੇ, ਪਰਮਾਰਥ ਵਿੱਚ ਵਰਦੀ ਅੜਿਕਾ ਕਰਦੀ ਹੋਵੇ, ਪਰਮਾਰਥ ਵਿੱਚ ਵਰਦੀ ਅੜਿਕਾ ਪਾਉਂਦੀ ਹੋਵੇ ਨਾ ਕੋਈ ਟਾਈਮ ਵਾਸਤੇ, ਥੋੜੇ ਵਾਸਤੇ, ਉੱਥੇ ਬਦਲੀ ਜਾ ਸਕਦੀ ਹੈ। ਅਨੰਤ ਨਾਮ ਗਾਏ ਹੂੰ, ਅਨੰਤ ਨਾਮ ਗਾਇਓ। ਅਨੰਤ ਮੈਂ ਤੇਰੇ ਨੋ ਗਾਏ ਨੇ, ਉਚਾਰਨ ਕੀਤੇ ਨੇ। ਪਰਮ ਪੁਰਖ ਪਾਏ ਹੂੰ, ਇਹ ਤਾਂ ਸਾਬਤ ਹੁੰਦਾ ਕਿ ਪਰਮ ਪੁਰਖ ਨੂੰ ਮੈਂ ਸਮਝ ਲਿਆ। ਪਾਏ ਹੋ ਮਤਲਬ ਪਰਮ ਪੁਰਖ ਦੀ ਮੈਨੂੰ ਸਮਝ ਆ ਗਈ ਹੈ। ਪਰਮ ਪੁਰਖ ਦੇ ਨਾਂ ਨੇ ਨਾ ਸਾਰੇ, ਪਰਮ ਪੁਰਖ ਦੇ ਗੁਣ ਨੇ ਸਾਰੇ, ਇਹ ਗੁਣਵਾਚਕ ਨਾਂ ਨੇ। ਮੈਂ ਪਰਮ ਪੁਰਖ ਦੀ ਸੱਚ ਦੀ ਪ੍ਰਾਪਤ, ਸੱਚ ਦੀ ਸੋਝੀ ਮੈਨੂੰ ਹੋ ਗਈ ਹੈ। ਪਾਏ ਹੋਏ ਪਰਮ ਪੁਰਖ ਪਾਏ ਹੋ, ਮੈਂ ਪਰਮ ਪੁਰਖ ਪਾ ਲਿਆ ਹੈ। ਇਹ ਸੱਚ ਹੈ, ਹੰਕਾਰ ਨਹੀਂ ਹੈ। ਕੋਈ ਕਹਿ ਦੇਵੇ ਹੰਕਾਰ ਹੈ। ਜੇ ਕਿਸੇ ਨੇ ਅਸੀਂ ਕੋਈ ਚੀਜ਼ ਖਾਣ ਪੀਣ ਲੱਗਦੇ ਆ, ਕਹਿੰਦੇ ਬਈ ਨਹੀਂ ਹੁਣ ਨਹੀਂ, ਹੋਰ ਨਹੀਂ ਖਾਣੀ। ਜੇ ਕੋਈ ਇਹ ਤੇ ਵਿਸ਼ਵਾਸ ਨਾ ਕਰੇ, ਫਿਰ ਉਹਦਾ ਇਲਾਜ ਕੀ ਹੈ? ਕਹਿੰਦੇ ਬਈ ਆਨੰਦ ਹੋ ਲਿਆ, ਹੁਣ ਨਹੀਂ, ਹੋਰ ਨਹੀਂ। ਕਈ ਵਾਰ ਰਿਸ਼ਤੇਦਾਰੀ ਜਾਂਦੇ, ਵਿਸ਼ਵਾਸ ਉਹ ਥੋੜਾ ਬਹੁਤਾ ਕਹਿੰਦੇ ਨੇ, ਕਿਤੇ ਦਈ ਨਾ ਕਹਿੰਦਾ ਹੋਵੇ, ਕਰਦੇ ਨੇ। ਫਿਰ ਉਹ ਇੱਕ ਦੋ ਵਾਰ ਕਹੇ ਤੇ ਤਸੱਲੀ ਹੋ ਜਾਂਦੀ ਉਹਨਾਂ ਦੀ, ਪ੍ਰਾਪਤੀ ਹੋ ਜਾਣੀ। ਕਹਿ ਦੇਣਾ ਮੈਨੂੰ ਹੋ ਗਈ, ਇਹ ਕੋਈ ਹੰਕਾਰ ਵਾਲੀ ਗੱਲ ਨਹੀਂ ਹੈ। ਜਿਹੜੇ ਕਹਿੰਦੇ ਜਿਹਨੇ ਪਾਇਆ ਤੈਨੇ ਛਪਾਇਆ, ਅਸਲ 'ਚ ਉਹਨਾਂ ਨੇ ਪਾਇਆ ਨਹੀਂ ਨਾ, ਉਹਨਾਂ ਦੇ ਕਿਸੇ ਨੇ ਪਾਇਆ। ਉਹ ਕਹਿੰਦੇ ਨੇ ਕਹਿਣਾ ਪਾਇਆ, ਉਹ ਤਾਂ ਨਹੀਂ ਕਹਿੰਦੇ ਪਾਇਆ, ਦਿਖਾਉਣਾ ਪਊ। ਇਹ ਤਾਂ ਅਨੰਤ ਨਾਮ ਗਾਇਆ ਹੋਇਆ ਨਾ। ਉਹ ਵੀ ਨਾ ਇੱਥੇ ਗਾਇਨ ਕੀਤੇ ਨੇ ਦਸਮ ਦੇ ਵਿੱਚ, ਜਿਹੜੇ ਆਦ ਵਿੱਚ ਹੈ ਉਹ ਨਹੀਂ। ਬਹੁਤ ਸਾਰੇ ਐਸੇ ਨਾਂ ਨੇ ਇਹਦੇ ਵਿੱਚ ਜਿਹੜੇ ਆਦ ਵਿੱਚ ਹੈ ਹੀ ਨਹੀਂ। ਸਾਰੇ ਆਦ ਗੁਰੂ ਗ੍ਰੰਥ ਸਾਹਿਬ ਜੀ ਨਾਂ ਨਹੀਂ ਇੱਥੇ ਹੈਗੇ। ਕਿੱਥੋਂ ਆਏ ਹੋ? ਜਿਹੜੇ ਲੋਕ ਇਹ ਗ੍ਰੰਥ ਤੇ ਸ਼ੰਕਾ ਕਰਦੇ ਨੇ, ਉਹਨਾਂ ਨੂੰ ਸਮਝੇ ਹੈ ਨਹੀਂ। ਉਹਨਾਂ ਨੂੰ ਧਰਮ ਦੀ ਸਮਝ ਨਹੀਂ ਹੈ ਵੀ ਧਰਮ ਕੀ ਹੁੰਦਾ। ਉਹਨਾਂ ਨੂੰ ਕੀ ਪਤਾ ਵੀ ਇਹ ਕੀ ਹੈ, ਉਹ ਕੀ ਹੈ। ਇੱਥੇ ਤਾਂ ਇੰਨੇ ਨਾਂ ਨੇ ਜਿੰਨੇ ਉਹ ਚ ਹੈ ਉਹ ਨਹੀਂ। ਉਹ ਤਾਂ ਹੀ ਇਹਨਾਂ ਨੇ ਪਰਮ ਪੁਰਖ ਪਾਏ ਹੋ ਕਿਹਾ। ਇਹ ਤੋਂ ਜ਼ਿਆਦਾ ਹੋਰ ਕੀ ਹੁੰਦਾ? ਜਿਹੜਾ ਪਰਮ ਪੁਰਖ ਪਾ ਲਿਆ ਜੀ ਨੇ, ਉਹਦੀ ਲਿਖਤ ਨੂੰ ਤੁਸੀਂ ਕੌਣ ਕਹਿ ਦੂਗਾ ਵੀ ਉਹ ਬਰਾਬਰ ਨਹੀਂ ਉਹਦੇ। ਭਗਤਾਂ ਤੋਂ ਜਾ ਜੋ ਕਈਆਂ ਨੇ ਕਿਹਾ ਹੀ ਨਹੀਂ, ਭੱਟਾਂ ਜੋ ਕਈਆਂ ਨੇ ਕਿਹਾ ਹੀ ਨਹੀਂ। ਇਹ ਗੱਲ ਜਿਹੜੀ ਇਹਨਾਂ ਨੇ ਕਹਿਤੀ। ਚਲੋ, ਜਟਾ ਨਾ ਸੀਸ ਧਾਰ ਹੂੰ, ਮੈਂ ਸਿਰ ਤੇ ਨਾ ਜਟਾਂ ਧਾਰਨ ਦੀ ਲੋੜ ਹੈ। ਇਹ ਕਿਉਂ ਕਹੀ ਗੱਲ ਜਟਾਂ ਨਾ ਸੀਸ ਧਾਰ ਹੂੰ? ਕਿਉਂਕਿ ਸ੍ਰੀ ਚੰਦ ਨੇ ਖੜਾ ਜੋ ਛੱਡਿਆ ਨਹੀਂ ਸੀ ਜਟਾਂ ਵਾਲੇ ਨੇ। ਉਹਨਾਂ ਨੂੰ ਪਤਾ ਸੀ ਵੀ ਹੁਣ ਇੱਥੇ ਬਾਅਦ ਖਾਲਸਾ ਨੇ ਸਮਝਣਾ ਕਿ ਖਾਲਸਾ ਪ੍ਰਭਾਵਿਤ ਨਾ ਹੋ ਜਾਏ, ਜਟਾਂ ਰੱਖਣ ਲੱਗ ਜਾਏ। ਕੁਝ ਆਦਮੀ ਇਹ ਜੋ ਸਿਰ 'ਚ ਸੁਆਹ ਪਾਉਣ ਲੱਗ ਜਾਣ ਵੀ ਚਲੋ ਸਿਰ ਬਾਲ ਤਾਂ ਰੱਖਣ ਨੂੰ ਕਿਹਾ ਹੋਇਆ ਜੀ। ਇਹ ਐਂ ਕਹਿ ਰਹੇ ਨੇ ਵੀ ਮੇਰਾ ਖਾਲਸਾ ਜਟਾਂ ਨਹੀਂ ਰੱਖੂਗਾ ਕੋਈ ਕਦੇ ਵੀ। ਸ੍ਰੀ ਚੰਦ ਨੂੰ ਦੂਰੀ ਬਣਾ ਕੇ ਚੱਲੂਗਾ, ਜਟਾਂ ਵਾਲਿਆਂ ਨੂੰ ਦੂਰੀ ਬਣਾ ਕੇ ਚੱਲੂਗਾ। ਜਟਾਂ ਵਾਲੇ ਪਹਿਲਾਂ ਹੈਗੇ ਨੇ, ਅਸੀਂ ਉਹਨਾਂ ਦੇ ਪ੍ਰਭਾਵਿਤ ਨਹੀਂ ਹੈ। ਕੇਸ ਰੱਖਾਂਗੇ, ਕੰਗਾ ਕਰਾਂਗੇ। ਜਟਾਂ ਵਾਲੇ ਕੰਗਾ ਨਹੀਂ ਕਰਦੇ ਹੁੰਦੇ, ਧੋਂਦੇ ਨਹੀਂ ਹੁੰਦੇ, ਪਾਣੀ ਵੀ ਘੱਟੇ ਪਾਉਂਦੇ ਨੇ, ਕਿਤੇ ਸੁਆਹ ਪਾ ਲੈਂਦੇ ਨੇ ਸਿਰ 'ਚੋਂ। ਸਿਰ 'ਚ ਸੁਆਹ ਪਾਉਣੀ ਤਾਂ ਓਦਾਂ ਹੀ ਬਣ ਸਕਦੀ ਹੈ। ਇਹ ਤਾਂ ਅਸੀਂ ਬੋਲਦੇ ਬਦਸ਼ਗਨ ਹੈ, ਸਿਰ 'ਚ ਸੁਆਹ ਪਾਤੀ ਮੇਰੇ ਆ ਪਾ ਲਈ ਆਪਣੇ।
ਤਾਂ ਬਦ ਸ਼ਗਨੀ ਹੈ, ਚੰਗਾ ਸ਼ਗਨ ਥੋੜੀ ਹੈ ਸਿਰ ਸੁਆਹ ਪਾ ਦੇਣੀ ਹੈ, ਪਾ ਲੈਣੀ। ਹਾਂਜੀ। ਨਾ ਮੁੰਦਰ ਕਾ ਸੁਧਾਰ ਹੂੰ, ਨਾ ਮੁੰਦਰ ਕਾ ਸੁਧਾਰ ਹੂੰ, ਨਾ ਮੈਂ ਮੁੰਦਰਾਂ ਪੌੜੀਆਂ ਨੇ ਕੰਨਾਂ 'ਚ। ਸ੍ਰੀ ਚੰਦ ਨੇ ਇੱਕ ਮੁੰਦਰ ਪਾਈ ਹੋਈ ਹੈ, ਇੱਕੋ ਹੀ ਆ, ਪਰ ਉਹਦੇ ਦੋ ਨਹੀਂ ਹੁਣ। ਸ੍ਰੀ ਚੰਦ ਦੇ ਚੇਲਿਆਂ ਦੇ ਇੱਕੋ ਹੀ ਹੁੰਦੀ ਹੈ, ਦੋ ਨਹੀਂ ਹੁੰਦੀਆਂ। ਦੋ ਹੁੰਦੀਆਂ ਫਿਰ ਸਿੱਧ ਬਣ ਜਾਂਦੇ, ਜੋਗੀ ਬਣ ਜਾਂਦੇ ਨੇ। ਜੋਗੀਆਂ ਨੂੰ ਉਹਨਾਂ ਨੇ ਫਰਕ ਰੱਖਿਆ ਹੈ, ਇੱਕ ਕੰਨ 'ਚ ਪਾਉਂਦੇ ਨੇ, ਕਿਚ ਪਾਉਂਦੇ ਨਹੀਂ। ਜੋਗੀ ਦੋਹਾਂ 'ਚ ਪਾਉਂਦੇ ਨੇ, ਹੈ ਤਾਂ ਜੋਗੀਆਂ ਦਾ ਹੀ ਚੇਲਾ, ਪਰ ਚੂਕੇ ਨਾਲ ਗੁਰਮਤਿ ਰੱਖੀ ਹੋਈ ਹੈ। ਇੱਕ ਕੰਨ ਪਾੜ ਲਿਆ, ਇੱਕ ਹੋਰ ਛੱਡ ਲਿਆ। ਇੱਕ ਕੰਨ ਦਾ ਜੋਗੀਆਂ ਨੂੰ ਦੇ ਦਿੱਤਾ, ਇੱਕ ਵਾਸਤੇ ਗੁਰਬਾਣੀ ਰੱਖ ਲਈ। ਦੋ ਡਬਲ ਹੋ ਗਿਆ ਨਾ ਪੰਥ। ਗੁਰਬਾਣੀ ਦਾ ਪ੍ਰਚਾਰ ਕਰਦਾ ਹੈ, ਜੋਗੀ ਹੈਗਾ ਹੀ ਹੈ। ਨਾ ਕਾਨ ਕਾਹੂ ਕੀ ਧਰੋਂ, ਨਾ ਕਾਨ ਕਾਹੂੰਗੀ ਧਰੂ। ਮੈਂ ਕਿਸੇ ਦੀ ਸੁਣੀ ਸੁਣਾਈ ਗੱਲ ਦਾ ਪਿੱਛੇ ਗ੍ਰੰਥ ਬਤਾਰੇ ਨੇ। ਜੋ ਮੈਂ ਆ ਕਹਿ ਰਿਹਾ, ਕਿਸੇ ਵੀ ਲਿਖਤ ਤੋਂ ਜਾਂ ਕਿਸੇ ਦੇ ਕੁਝ ਕਹਿਣ ਤੋਂ ਪ੍ਰਭਾਵਿਤ ਹੋ ਕੇ ਨਹੀਂ ਕਹਿ ਰਿਹਾ। ਇਹ ਗੱਲ ਡਾਇਰੈਕਟ ਜਿਹੜੀ ਮੈਨੂੰ ਪਰਮੇਸ਼ਰ ਨੇ ਕਹੀ ਉਹ ਕਹਿ ਰਿਹਾ। ਗੁਰਬਾਣੀ ਤੇ ਵੀ ਨਹੀਂ ਮੈਂ ਪ੍ਰਭਾਵਿਤ ਹੋਇਆ ਇਸ ਗੱਲ ਬਾਰੇ। ਪਿੱਛੇ ਜਿਹੜੀ ਗੁਰਬਾਣੀ ਉਹਦੇ ਵੀ ਪ੍ਰਭਾਵਿਤ ਨਹੀਂ, ਉਹ ਵੀ ਪਿੱਛੇ ਆ ਗਈ। ਨਾ ਕਾਨ ਕਾਹੂੰਗੀ ਧਰੂ, ਪਿੱਛੇ ਕੁਝ ਵੀ ਲਿਖਿਆ ਹੈ ਚਾਹੇ ਗੁਰਬਾਣੀ, ਉਹਦੇ ਨਾਲ ਵੀ ਇਹਦਾ ਕੋਈ ਸੰਬੰਧ ਨਹੀਂ ਜੋ ਮੈਂ ਕਹਿ ਰਿਹਾ, ਕਿਉਂਕਿ ਡਾਇਰੈਕਟ ਪਰਮੇਸ਼ਰ ਨੇ ਕਹੀ ਹੋਈ ਗੱਲ ਹੈ। ਉਹ ਵੀ ਬਾਣੀ ਪਰਮੇਸ਼ਰ ਦੀ ਹੋਈ ਹੈ। ਚਾਹੇ ਕਹਿਓ ਪ੍ਰਭੂ ਸੋ ਮੈਂ ਕਰੂੰ। ਹਾਂ, ਜੋ ਨੇ ਕਿਹਾ ਮੈਨੂੰ, ਮੈਂ ਉਹੀ ਕਰ ਰਿਹਾ। ਕਿਹਾ ਤਾਂ ਉਸੇ ਵਾਸਤੇ ਧਰਮ ਚਲਾਉਣ ਨੂੰ ਹੈ। ਮੈਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਨਹੀਂ ਗੱਲ ਕਰ ਰਿਹਾ, ਕਿਸੇ ਦੀ ਸੁਣੀ ਸੁਣਾਈ ਗੱਲ ਆ ਕਿ ਤੇ ਨਹੀਂ ਕਹਿ ਰਿਹਾ। ਭਜੂ ਸੋ ਏਕ ਨਾਮਯੰ, ਭਜੋ ਸੋ ਏਕ ਨਾਮਯੰ। ਮੈਂ ਕੇਵਲ ਇੱਕ ਨਾਮ ਨਾਲ ਜੁੜਨਾ, ਇਹ ਗੁਰਬਾਣੀ ਕਹਿੰਦੀ ਹੈ। ਇਹੀ ਮੈਨੂੰ ਕਿਹਾ ਹੋਇਆ, ਗੱਲ ਤਾਂ ਉਹੀ ਕਹੀ ਹੋਈ ਹੈ। ਮੈਂ ਕੇਵਲ ਨਾਮ ਨਾਲ ਜੁੜਨਾ, ਕੇਵਲ ਹੁਕਮ ਨਾਲ ਜੁੜਨਾ। ਨਾਮ ਦਾ ਮਤਲਬ ਹੁਕਮ। ਕੇਵਲ ਮੈਂ ਹੁਕਮ ਦੇ ਅਧੀਨ ਚੱਲਣਾ, ਹੁਕਮ ਨਾਲ ਜੁੜਿਆ ਰਹਿਣਾ। ਜੁਕਾਮ ਭਜਨ ਦਾ ਮਤਲਬ ਜੁੜਨਾ ਹੁੰਦਾ। ਜੁਕਾਮ ਸਰਬ ਠਾਮਯੰ, ਭਜੋ ਸੋ ਏਕ ਨਾਮਯੰ, ਜੁਕਾਮ ਸਰਬ ਠਾਮਯੰ। ਜਿਹੜਾ ਸਾਰੇ ਜਗ੍ਹਾ ਕੰਮ ਆਉਣ ਵਾਲਾ ਨਾਮ ਹੈ ਨਾ, ਐਸ ਲੋਕ ਜਰ ਪਰਲੋਕ ਚ, ਲੋਕ ਪਰਲੋਕ ਚ ਕੰਮ ਵਾਲਾ ਜਿਹੜਾ ਨਾਮ ਹੈ ਨਾ ਆਉਣ ਵਾਲਾ, ਉਸ ਨਾਮ ਦੀ ਗੱਲ ਕਰਦਾ। ਕਾਮ ਸਰਬ ਠਾਮਯੰ, ਜਿਹੜਾ ਕੰਮ ਆਉਂਦਾ ਸਾਰੀ ਜਗ੍ਹਾ। ਠਾਮ ਦਾ ਮਤਲਬ ਜਗ੍ਹਾ ਹੁੰਦਾ। ਇੱਥੇ ਹਰ ਜਗ੍ਹਾ ਹੀ ਕੰਮ ਆਉਂਦਾ। ਐਸ ਲੋਕ ਚ ਹਰ ਜਗ੍ਹਾ, ਪਰਲੋਕ ਚ ਵੀ। ਪਰਲੋਕ ਚ ਹਰ ਜਗ੍ਹਾ ਨਹੀਂ ਹੁੰਦੀ, ਇੱਕੋ ਜਗ੍ਹਾ ਹੁੰਦੀ ਹੈ ਪਰਲੋਕ ਚ। ਇੱਥੇ ਤਾਂ ਬਦਲਦਾ ਨਾ, ਕਦੇ ਧੁੱਪ, ਕਦੇ ਛਾਂ, ਕਦੇ ਗਰਮੀ, ਕਦੇ ਸਰਦੀ। ਇੱਥੇ ਹੀ ਬਦਲਦਾ ਮੌਸਮ, ਉੱਥੇ ਨਹੀਂ ਕੁਝ ਵੀ ਬਦਲਦਾ। ਨਾ ਜਾਪ ਆਨ ਕੋ ਜਪੂੰ, ਮੈਂ ਹੋਰ ਕਿਸੇ ਦਾ ਜਾਪ ਨਹੀਂ ਜਪਣਾ। ਮੈਨੂੰ ਹੋਰ ਕਿਸੇ ਦੇ ਜਾਪ ਜਪਣ ਦੀ ਲੋੜ ਨਹੀਂ ਹੈ। ਨਾ ਔਰ ਥਾਪ ਨਾ ਥਪੂੰ, ਨਾ ਔਰ ਥਾਪਣਾ ਥਪੂ। ਥਾਪਣ ਦੀ ਗੱਲ ਆ ਗਈ ਹੁਣ। ਦੇਖੋ, ਬਹੁਤ ਇੰਪੋਰਟੈਂਟ ਗੱਲ ਹੈ। ਮੈਂ ਕਿਸੇ ਨੂੰ ਪਰਮੇਸ਼ਰ ਦੀ ਜਗ੍ਹਾ ਨਹੀਂ ਥਾਪਣਾ। ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਨਹੀਂ ਦਿੱਤੀ, ਥਾਪਿਆ ਹੋਇਆ ਹੈ। ਫਿਰ ਇਹਦਾ ਹੁਕਮ ਹੀ ਨਹੀਂ ਹੈ ਉਹਨਾਂ ਨੂੰ। ਇਹ ਥਾਪਣਾ ਸੀ। ਫਿਰ ਜਿਵੇਂ ਮੂਰਤੀ ਥਾਪੀ ਦੀ ਹੈ ਵੀ ਅੱਜ ਤੋਂ ਬਾਅਦ ਇਹਨੂੰ ਐ ਕਰੋ, ਜਿਹੜੀ ਇਹ ਕਹਿੰਦੇ ਗੁਰਿਆਈ ਦੇ ਕੇ ਥਾਪਤਾ, ਇਹ ਝੂਠ ਆ, ਲਿਖਿਆ ਹੋਇਆ ਉਹਨਾਂ ਨੇ ਆਪੇ। ਨਾ ਔਰ ਥਾਪਣਾ ਥਪੂ। ਮੈਂ ਕਿਸੇ ਨੂੰ ਪਰਮੇਸ਼ਰ ਦੀ ਜਗ੍ਹਾ ਥਾਪ ਕੇ ਨਹੀਂ ਜਾਣਾ। ਇੱਥੇ ਵੀ ਹੁਣ ਆ ਹੈ ਉਹਦੀ ਜਗ੍ਹਾ। ਜਿਵੇਂ ਮੂਰਤੀ ਥਾਪਨਾ ਕਰਨੀ ਹੈ ਨਾ, ਇਹ ਕੰਮ ਮੈਂ ਨਹੀਂ ਕਰਨਾ ਹੈ। ਤੇ ਹੁਣ ਤਾਂ ਰੁਮਾਲਾ ਚੱਕ ਕੇ ਕਹਿੰਦੇ ਨੇ ਪਰਮੇਸ਼ਰ ਦਾ ਦਰਸ਼ਨ ਕਰ ਲਓ ਗੁਰੂ ਗ੍ਰੰਥ ਸਾਹਿਬ ਨੂੰ। ਲੋਕ ਇਹ ਵੀ ਸ਼ੁਰੂ ਹੋ ਗਿਆ ਕੰਮ। ਆਓ ਜੇ ਕਿਸੇ ਨੇ ਦਰਸ਼ਨ ਕਰਨਾ ਨਿਰੰਕਾਰ ਦਾ ਕਰ ਲਓ, ਰੁਮਾਲਾ ਚੱਕ ਦਿੰਦੇ ਨੇ ਨਾ। ਗੁਰੂ ਦਾ ਬੜੀ ਜਾਂਦੇ ਨੇ। ਬਿਲਕੁਲ ਝੂਠ ਗੱਲ ਹੈ, ਐਸਾ ਹੋਇਆ ਹੀ ਨਹੀਂ। ਔਰ ਹੋਣ ਦੀ ਲੋੜ ਵੀ ਨਹੀਂ ਸੀ। ਇਹ ਪੋਥੀ ਪਹਿਲਾਂ ਪਰਮੇਸ਼ਰ ਦਾ ਥਾਨ ਉਦਾਂ ਹੀ ਹੈ। ਗ੍ਰੰਥਾਂ ਵਿੱਚ ਚੇਤਨ ਨਹੀਂ ਹੁੰਦਾ ਕਦੇ ਵੀ। ਮੂਰਤੀ 'ਚ ਨਾ ਗ੍ਰੰਥਾਂ ਚੇਤਨ ਨਹੀਂ ਹੁੰਦਾ, ਗਿਆਨ ਹੁੰਦਾ ਇਹਨਾਂ ਦੇ ਵਿੱਚ। ਗ੍ਰੰਥਾਂ 'ਚ ਗਿਆਨ, ਮੂਰਤੀ 'ਚ ਗਿਆਨ ਵੀ ਨਹੀਂ ਹੁੰਦਾ ਨਾ। ਗ੍ਰੰਥ ਵਿੱਚ ਉਪਦੇਸ਼ ਹੁੰਦਾ, ਗਿਆਨ ਹੁੰਦਾ।
ਮੂਰਤੀ ਜੇ ਵੀ ਨਹੀਂ ਹੁੰਦਾ। ਇਸ ਗੱਲੋਂ ਗ੍ਰੰਥ ਔਰ ਮੂਰਤੀ 'ਚ ਫਰਕ ਹੈ ਕਿ ਉਹਦੇ 'ਚ ਤਾਂ ਕੁਝ ਵੀ ਨਹੀਂ ਹੈ। ਇਹਦੇ 'ਚ ਗਿਆਨ ਹੈ, ਉਪਦੇਸ਼ ਹੈ। ਇਹ ਤਾਂ ਕੁਝ ਪ੍ਰਾਪਤੀ ਹੈ, ਉਹ ਤਾਂ ਕੁਝ ਵੀ ਨਹੀਂ ਪ੍ਰਾਪਤੀ। ਇੰਨਾ ਫਰਕ ਹੈ। ਔਰ ਗ੍ਰੰਥ ਬਾਣੀ ਵੀ ਨਹੀਂ ਹੁੰਦੀ, ਇਹ ਵੀ ਗੱਲ ਗਲਤ ਹੈ। ਗ੍ਰੰਥ ਅੱਖਰ ਹੁੰਦੇ ਨੇ, ਅੱਖਰੀ ਲਿਖਣ ਬੋਲਣ ਦਾ ਬੋਲਣ ਬਾਣ, ਬੋਲੇ ਤੇ ਬਾਣੀ ਬਣਨੀ ਹੈ। ਬਾਣੀ ਕੰਨਾਂ ਦਾ ਵਿਸ਼ਾ ਹੈ, ਅੱਖਾਂ ਦਾ ਵਿਸ਼ਾ ਨਹੀਂ ਹੈ। ਬਾਣੀ ਕੰਨਾਂ ਨਾਲ ਥੋੜੀ ਜਾ ਸਕਦੀ ਹੈ। ਜੋ ਅੱਖਾਂ ਨਾਲ ਦੇਖੀ ਜਾ ਸਕਦੀ ਹੈ ਚੀਜ਼, ਉਹ ਸਾਰੀ ਮਾਇਆ ਹੈ। ਦਿਸ਼ਟਮਾਨ ਅੱਖਰ ਹੈ ਜੇਤਾ, ਜਿੰਨਾ ਅੱਖਰ ਹੈ ਉਹਦਾ ਦਿਸ਼ਟਮਾਨ ਹੈ, ਦੀਂਦਾ ਸਾਰਾ। ਜਿੰਨਾ ਅੱਖਰ ਹੈ ਦਿਸ਼ਟਮਾਨ ਹੈ, ਅੱਖਾਂ ਨੂੰ ਦੀਂਦਾ ਹੈ। ਔਰ ਜਿਹੜਾ ਅੱਖਾਂ ਨੂੰ ਦੀਂਦਾ ਉਹ ਮਾਇਆ, ਜੋ ਦਿਸੇ ਸੋ ਮਾਇਆ। ਜੋ ਅੱਖਾਂ ਨੂੰ ਦੀਂਦਾ ਮਾਇਆ, ਤਾਂ ਮਾਇਆ ਸਭ ਮਾਇਆ। ਮੂਰਤੀ ਵੀ ਹੈ, ਪਰ ਮੂਰਤੀ ਜੋ ਚੀਜ਼ ਨਹੀਂ ਹੈ ਜਿਹੜੀ ਗ੍ਰੰਥ ਵਿੱਚ ਹੈ। ਇਹ ਤੇ ਉਪਦੇਸ਼ ਹੈ, ਲਿਖਿਆ ਹੋਇਆ ਅੱਖਰਾਂ 'ਚ ਪੜ੍ਹ ਸਕਦੇ ਹਾਂ, ਸਮਝ ਸਕਦੇ ਹਾਂ, ਕੁਝ ਪ੍ਰਾਪਤ ਕਰ ਸਕਦੇ ਹੋ ਤਾਂ ਕੁਝ ਨਹੀਂ ਪ੍ਰਾਪਤ। ਇਹ ਫਰਕ ਹੈ ਮਾਇਆ ਹੀ ਦੋਏ ਜਗ੍ਹਾ। ਇਹਦੇ 'ਚ ਕੋਈ ਝੂਠ ਵਾਲੀ ਗੱਲ ਨਹੀਂ ਹੈ, ਸੱਚ ਹੈ। ਪਰ ਇਹਦੇ 'ਚੋਂ ਕੁਝ ਪ੍ਰਾਪਤੀ ਉੱਥੋਂ ਹੈ ਨਹੀਂ। ਬੇਅੰਤ ਨਾਮ ਧਿਆਏ ਹੂੰ, ਬੇਅੰਤ ਨਾਮ ਤੇ ਆਏ ਹੋ। ਮੈਂ ਬੇਅੰਤ ਨਾਮ ਤੇਰੇ ਜਾਣਦਾ, ਮੇਰੇ ਧਿਆਨ ਵਿੱਚ ਨੇ, ਮੈਂ ਸਮਝ ਲਏ ਤੇਰੇ ਬੇਅੰਤ ਨਾਮ। ਪਰਮ ਜੋਤ ਪਾਏ ਹੂੰ, ਇਸ ਕਰਕੇ ਮੈਨੂੰ ਪਰਮ ਜੋਤ, ਪਰਮ ਬੁੱਧ ਦੀ ਪ੍ਰਾਪਤੀ ਹੋ ਗਈ, ਵਿਵੇਕ ਬੁੱਧੀ ਦੀ ਪ੍ਰਾਪਤੀ ਹੋ ਗਈ। ਪਰਮ ਜੋਤ ਕੀ ਹੁੰਦਾ? ਪਰਮ ਜੋਤ ਪਰਮੇਸ਼ਰ ਦੀ ਜੋਤ ਹੈ ਨਾ। ਪਰਮ ਜੋਤ ਸੇ ਪਰਚਾ ਪਾਵਾ, ਪਰਮ ਜੋਤ ਹੁਕਮ ਹੀ ਹੈ। ਪਰਮ ਜੋਤ ਤੁਰਕੀ ਬਾਣੀਓ ਪਰਮ ਜੋਤ ਹੈ। ਨਾ ਧਿਆਨ ਆਣ ਕੋ ਧਰੂੰ, ਮੈਂ ਹੋਰ ਕਿਸੇ ਦਾ ਧਿਆਨ ਧਰਨ ਦੀ ਮੈਨੂੰ ਲੋੜ ਨਹੀਂ ਹੈ। ਮੈਨੂੰ ਨਹੀਂ ਹੁਣ ਲੋੜ ਕਿਸੇ ਤੇ ਧਿਆਨ। ਮੇਰਾ ਸ਼ਬਦ ਸੁਰਤ ਦਾ ਮੇਲ ਹੋਇਆ ਹੈ, ਸੁਰਤ ਸ਼ਬਦ ਦਾ ਮੇਰਾ ਮੇਲ ਹੋਇਆ। ਮੈਨੂੰ ਹੋਰ ਕਿਸੇ ਧਿਆਨ ਦੀ ਲੋੜ ਨਹੀਂ ਹੈ। ਨਾ ਨਾਮ ਆਣ ਉਚਰੂ, ਮੈਨੂੰ ਹੋਰ ਕਿਸੇ ਦੇ ਨਾਂ ਜਾਣਨ ਦੀ ਵੀ ਲੋੜ ਨਹੀਂ ਹੈ। ਹੋਰ ਕਿਸੇ ਦੇਵੀ ਦੇਵਤੇ ਦਾ ਜਾਣਨ ਦੀ ਲੋੜ ਨਹੀਂ। ਨਾ ਮੈਨੂੰ ਤਵਕ ਨਾਮ ਰਤੀਆਂ, ਮੈਂ ਸਿਰਫ ਤੇਰੇ ਨਾਮ ਦੇ ਨਾਲ ਰੰਗ ਚ ਰੰਗਿਆ ਹੋਇਆ, ਨਾ ਤੇਰੇ ਗਿਆਨ ਦੇ ਰੰਗ ਚ ਰੰਗਿਆ ਹੋਇਆ। ਨਾ ਆਣ ਮਾਨ ਮਤੀਆਂ, ਮੈਂ ਸੱਚ ਦੇ ਰੰਗ ਵਿੱਚ ਰੰਗਿਆ ਹੋਇਆ। ਮੈਂ ਹੋਰ ਕਿਸੇ ਦੇ ਨਾਲ ਮਤ ਦੇ ਨਾਲ, ਹੋਰ ਕਿਸੇ ਦੇ ਮਤ ਦਾ ਮੇਰੇ ਤੇ ਕੋਈ ਪ੍ਰਭਾਵ ਨਹੀਂ। ਨਾ ਆਨ ਮਾਨ ਮਤੀਆਂ, ਹੋਰ ਕਿਸੇ ਮਤ ਦਾ, ਗੁਰਮਤ ਤੋਂ ਬਿਨਾਂ ਹੋਰ ਕਿਸੇ ਮਤ ਦਾ ਮੇਰੇ ਤੇ ਕੋਈ ਰੰਗ ਨਹੀਂ ਜੜਿਆ ਹੈ, ਪ੍ਰਭਾਵ ਨਹੀਂ ਹੈ। ਪਰਮ ਧਿਆਨ ਧਾਰੀਆਂ, ਪਰਮ ਧਿਆਨ ਧਾਰੀਆਂ, ਪਰਮ ਪੁਰਖ ਦਾ ਧਿਆਨ ਹੈ ਧਾਰਿਆ ਹੈ ਮੇਰਾ। ਪਰਮ ਪੁਰਖ ਹੈ ਜਿਹੜਾ, ਮੈਂ ਉਹ ਪਰਮ ਪੁਰਖ ਦਾ ਦਾਸਾ। ਪਰਮ ਪੁਰਖ ਦਾ ਧਿਆਨ ਹੈ, ਮੇਰੇ ਧਿਆਨ ਪਰਮ ਪੁਰਖ 'ਚ ਰਹਿੰਦਾ। ਅਨੰਤ ਪਾਪ ਟਾਰੀਆਂ, ਇਸ ਕਰਕੇ ਅਨੰਤ ਪ੍ਰਕਾਰ ਦੇ ਮੇਰੇ ਜਿਹੜੀਆਂ ਕਲਪਨਾਵਾਂ ਨੇ, ਪਾਪ ਨੇ, ਪੈਦਾ ਹੁੰਦੇ ਨੇ। ਉਹ ਪੈਦਾ ਹੀ ਨਹੀਂ ਹੁੰਦੇ, ਪੈਦਾ ਹੀ ਨਹੀਂ ਹੁੰਦੇ। ਧਿਆਨ ਦੂਏ ਪਾਸੇ ਰਹਿੰਦਾ। ਤੁਮੇਵ ਰੂਪ ਰਾਚੀਆਂ, ਮੈਂ ਤੇਰੇ ਰੂਪ ਦੇ ਵਿੱਚ ਰਚਿਆ ਹੋਇਆ, ਮੈਂ ਸ਼ਬਦ ਦੇ ਵਿੱਚ ਹੀ ਸਮਾਇਆ ਹੋਇਆ। ਨਾ ਆਣ ਦਾਨ ਖਾਲਸੇ ਮੈਂ ਉਹ ਕਰੂ ਨਿਵਾਸ, ਖਾਲਸਾ ਮੇਰਾ ਰੂਪ ਹੈ ਖਾਸ। ਇਹਦਾ ਨਾਂ ਉਹਨਾਂ ਨੇ ਖਾਲਸਾ ਰੱਖਿਆ, ਸ਼ਬਦ ਦਾ ਹੀ ਨਾਂ ਖਾਲਸਾ ਰੱਖਿਆ ਹੈ। ਜਿਹੜਾ ਨਾ ਤੁਰਕੀ ਬਾਣੀ ਉਹਨੂੰ ਖਾਲਸਾ ਕਿਹਾ ਹੈ। ਖਾਲਸਾ ਮੇਰਾ ਰੂਪ ਹੈ ਖਾਸ। ਕਿਉਂਕਿ ਖਾਲਸਾ ਸਮਾਇਆ ਜੋ ਹੈ, ਸ਼ਬਦ ਜੋ ਸਮਾਇਆ ਹੈ। ਤੁਮੇਵ ਰੂਪ ਰਾਚੀਆਂ, ਹਾਂ, ਤੁਮੇਵ ਰੂਪ ਰਾਚੀਆਂ ਦਾ ਮਤਲਬ ਇਹੀ ਹੈ। ਖਾਲਸੇ ਮੈਂ ਉਹ ਕਰੂ ਨਿਵਾਸ, ਗੁਰ ਸ਼ਬਦ ਸਮਾਵੈ ਕੋ ਅਵਰ ਨਹੀਂ ਜਾਣੇ ਕੋਈ ਜੀ। ਸ਼ਬਦ ਨੂੰ ਖਾਲਸਾ ਕਿਹਾ ਹੋਇਆ ਅਸਲ ਦੇ ਵਿੱਚ, ਨਵਾਂ ਨਾਂ ਰੱਖਿਆ। ਕਹੋ ਕਬੀਰ ਜਨ ਭੈ ਖਾਲਸੇ, ਪ੍ਰੇਮ ਭਗਤੀ ਜਨ ਜਾਨੀ। ਜਿਹਨੇ ਪ੍ਰੇਮ ਭਗਤੀ ਜਾਣ ਲਈ ਉਹ ਸ਼ਬਦ ਚ ਸਮਾ ਜਾਂਦੇ ਨੇ। ਕਬੀਰ ਵੀ ਇਹੀ ਗੱਲ ਕਹਿੰਦਾ। ਨਾ ਆਣ ਦਾਨ ਮਾਚੀਆਂ, ਨਾ ਆਨ ਦਾਨ ਮਾਚੀਆਂ, ਮੈਨੂੰ ਹੋਰ ਕਿਸੇ ਚੀਜ਼ ਦਾ ਕੋਈ ਚਾਅ ਨਹੀਂ ਹੈ। ਨਾਨ ਦਾਨ ਮਾਚੀਆਂ, ਹੋਰ ਕਿਸੇ ਚੀਜ਼ ਦੀ ਮੈਨੂੰ ਭੁੱਖ ਨਹੀਂ ਹੈ। ਹੋਰ ਕਿਸੇ ਚੀਜ਼ ਦੀ ਮੈਨੂੰ ਭੁੱਖ ਨਹੀਂ। ਸੰਸਾਰ ਦੇ ਕਿਸੇ ਵਸਤੂ ਦੀ ਭੁੱਖ ਨਹੀਂ ਹੈ ਮੈਨੂੰ।
ਤਵਕ ਨਾਮ ਉਚਾਰੀਆਂ ਮੈਂ ਤੇਰੇ ਨਾਮ ਹੈ ਸਿਰਫ ਉਚਾਰਨ ਕਰ ਰਿਹਾ। ਅਨੰਤ ਦੁਖ ਟਾਰੀਆਂ। ਜਿਹੜਾ ਦਾਨ ਹੈ ਨਾ, ਦਾਨ ਪਰਮੇਸ਼ਰ ਤੋਂ ਮੰਗੀਦਾ। ਬੱਚੀਆਂ ਦਾ ਮਤਲਬ ਹੈ ਮੈਨੂੰ ਹੋਰ ਕਿਸੇ ਤੇ ਤੋਂ ਕਿਸੇ ਹੋਰ ਚੀਜ਼ ਦੀ ਭੁੱਖ ਨਹੀਂ ਹੈ। ਦਾਨ ਮਾਚੀਆਂ। ਹਾਂ, ਦਾਨ ਮਾਚੀਆਂ ਦਾ ਮਤਲਬ ਹੈ, ਸਮਝਿਆ ਨਹੀਂ? ਉਹ ਫਰੀਦ ਵੀ ਇਹੀ ਦਾਨ ਮੰਗਦਾ ਨਾ, ਨਾਮ ਨਾਨਕ ਮੰਗੇ ਨਾਮਦਾਨ, ਕਿਰਪਾ ਕਰੋ ਕਿਰਪਾ ਕਰੋ ਹਰੇ। ਹੋਰ ਕੋਈ ਦਾਨ ਨਹੀਂ ਮੈਂ ਮੰਗਦਾ, ਮੇਰੇ ਅੰਦਰ ਹੋਰ ਕੋਈ ਕਿਸੇ ਦਾਨ ਦੀ ਇੱਛਾ ਨਹੀਂ ਹੈ। ਤਵਕ ਨਾਮ ਉਚਾਰੀਆਂ। ਮੈਂ ਤੇਰੇ ਨਾਮ ਹੀ ਉਚਾਰਨ ਕਰ ਰਿਹਾ। ਅਨੰਤ ਦੁਖ ਹੋਰ ਕਿਸੇ ਦਾ ਨਾਮ ਨਹੀਂ ਉਚਾਰਨ ਕਰਨਾ। ਮਤੇ ਕਹੋ ਕਿਤੇ ਸੋਚ ਲਿਓ ਵੀ ਖਬਰੀ ਕਿਹਦਾ ਨਾਮ ਉਚਾਰਨ ਕਰਦਾ। ਆ ਜਿਹੜੇ ਦੇਵੀ ਦੇਵਤਿਆਂ ਦੇ ਨਾਮ ਲਾਏ ਨੇ ਉਹ ਕਹਿ ਰਹੇ ਨੇ ਮੈਂ ਕਿਸੇ ਦਾ ਨਾਮ ਨਹੀਂ ਉਚਾਰਨ ਕਰ ਰਿਹਾ। ਜਿਹੜੇ ਭੁਲੇਖਾ ਪਾਈ ਜਾਂਦੇ ਨੇ ਨਾ, ਉਹ ਤਾਂ ਕਹਿ ਰਿਹਾ ਮੈਂ ਪਰਮੇਸ਼ਰ ਦੇ ਨਾਮ ਤੇ ਬਿਨਾਂ ਕਿਸੇ ਦਾ ਉਚਾਰਨ ਨਹੀਂ ਕਰ ਰਿਹਾ। ਅਸਲ 'ਚ ਪਤਾ ਸਾਰਿਆਂ ਨੂੰ ਹੀ, ਪਤਾ ਹੀ ਸਾਰਿਆਂ ਨੂੰ ਹੀ ਆ। ਉਹਨਾਂ ਨੂੰ ਇਹ ਆ ਵੀ ਇਹ ਤਾਂ ਸਾਰਾ ਮਾਂਝਾ ਹੀ ਫੇਰ ਦਿੱਤਾ। ਹਿੰਦੂ ਮਤ ਤੇ ਬਿਲਕੁਲ ਹੀ ਮਾਂਝਾ ਫੇਰ ਦਿੱਤਾ। ਸਪਸ਼ਟ ਲੋਕਾਂ ਨੂੰ ਗੱਲ ਕਰਤੀ, ਉੱਥੇ ਗੱਲ ਅਸਪਸ਼ਟ ਹੈ, ਗੁਰਬਾਣੀ ਦੇ ਵਿੱਚ ਸਪਸ਼ਟ ਨਹੀਂ ਹੈ। ਉਹ ਤੇ ਬੁੱਝਣ ਵਾਲੀ ਬੁਝਾਰਤ ਜ਼ਿਆਦਾ ਹੈ, ਤੇ ਬੁੱਝ ਕੇ ਸਾਰੀ ਦੱਸ ਦਿੱਤੀ। ਇਹ ਜਾਪ ਹੈ, ਇਹ ਬੁੱਝ ਕੇ ਦੱਸੀ ਹੋਈ ਹੈ, ਉਹ ਉੱਥੇ ਬੁੱਝਣ ਵਾਲੀ ਹੈ। ਆਦ ਵਿੱਚ ਸਾਰੀ ਗੱਲ ਬੁੱਝਣ ਵਾਲੀ ਹੈ ਹਰ ਜਗ੍ਹਾ, ਇੱਥੇ ਬੁੱਝ ਕੇ ਦੱਸੀ ਹੋਈ ਹੈ। ਉੱਥੇ ਜਾਪ ਹੈ, ਜਾਪ ਹੈ। ਜਾਪ ਦਾ ਮਤਲਬ ਹੁੰਦਾ ਬੁੱਝ ਕੇ ਦੱਸੀ ਹੋਈ ਗੱਲ। ਜਪ ਦਾ ਮਤਲਬ ਹੁੰਦਾ ਬੁੱਝਣਾ। ਜਪ ਦਾ ਅਰਥ ਹੁੰਦਾ ਬੁੱਝਣਾ। ਜਾਪ ਹੈ ਬੁੱਝੀ ਹੋਈ, ਇਹ ਬੁੱਝੀ ਹੋਈ ਦੱਸੀ ਹੋਈ ਹੈ। ਇੱਥੇ ਜਾਪ ਪਹਿਲਾਂ ਲਾਇਆ, ਜਪ ਨਹੀਂ ਹੈ ਇੱਥੇ ਪਹਿਲਾਂ। ਜਾਪ ਦਾ ਤਾਂ ਹੀ ਦਾ ਨਾਂ ਨਵੇਂ ਗਣਾਏ ਨੇ ਜਾਪ ਦੇ ਵਿੱਚ। ਬੁੱਝ ਕੇ ਹੋਰ ਵੀ ਨਾਂ ਦੱਸਦੇ ਵੀ ਐ ਵੀ ਨਾਂ ਹੋ ਸਕਦੇ ਨੇ। ਫਿਰ ਤਾਂ ਜੇ ਐ ਨਾਂ ਨੇ ਤਾਂ ਇਹ ਵੀ ਹੋ ਸਕਦੇ ਨੇ। ਇਹ ਬੁੱਝੀ ਹੋਈ ਗੱਲ ਹੈ, ਉਹ ਬੁੱਝਣ ਵਾਲੀ ਗੱਲ ਹੈ। ਅਨੰਤ ਦੁਖ ਟਾਰੀਆਂ। ਅਨੰਤ ਦੁੱਖ ਟਾਰੀਆਂ, ਅਨੰਤ ਪ੍ਰਕਾਰ ਦੇ ਦੁੱਖ ਮੈਂ ਆਪਣੇ ਦੂਰ ਕਰ ਲਏ। ਚੌਪਈ ਜਿਨ ਜਿਨ ਨਾਮ ਤਿਹਾਰੋ ਧਿਆਇਆ। ਜਿਨ ਜਿਨ ਨਾਮ ਤਿਹਾਰੋ ਧਿਆਇਆ, ਜਿਨ੍ਹਾਂ ਜਿਨ੍ਹਾਂ ਨੇ ਤੇਰੇ ਨਾਮ ਦਾ ਧਿਆਨ ਧਾਰਿਆ ਨਾ, ਦੁਖ ਪਾਪ ਤਹਿ ਨਿਕਟ ਨਾ ਆਇਆ। ਦੁੱਖ ਪਾਪ ਉਹਨਾਂ ਦੇ ਨੇੜੇ ਆਇਆ ਹੀ ਨਹੀਂ। ਮੇਰੀ ਉਹ ਗੱਲ ਨਹੀਂ ਹੈ, ਸਾਰਿਆਂ ਦੀ ਉਹ ਗੱਲ ਹੈ। ਜਿਨ ਜਿਨ ਜਿਹੜਾ ਗਾਂ ਨੂੰ ਧਿਆਊਗਾ, ਜਿਨ੍ਹਾਂ ਨੇ ਪਿੱਛੇ ਧਿਆ ਲਿਆ, ਪਿੱਛੇ ਦੀ ਤਾਂ ਗੱਲ ਦੱਸਦੀ। ਗਾਂ ਨੂੰ ਵੀ ਇਹੀ ਫਾਰਮੂਲਾ ਲਾਗੂ ਰਹਿਣਾ, ਫਾਰਮੂਲਾ ਤਾਂ ਉਹੀ ਲਾਗੂ ਰਹਿਣਾ ਨਾ। ਮੀਂਹ ਪਊਗਾ, ਪਿੱਛੇ ਜਿੰਨੇ ਲੋਕ ਦੇ ਮੀਂਹ ਦੇ ਵਿੱਚ ਭੇਜਦੇ ਰਹੇ ਨੇ, ਇਹ ਗਾਂ ਨੂੰ ਵੀ ਭੇਜਣਗੇ। ਇਹ ਨਹੀਂ ਵੀ ਗਾਂ ਨੂੰ ਨਹੀਂ ਭੇਜਣੇ, ਜਿਹੜਾ ਮੀਂਹ ਖੜੂਗਾ ਭੇਜੂਗਾ ਹੀ। ਜੇ ਔਰ ਧਿਆਨ ਕੋ ਧਾਰੀ। ਜਿਹੜੇ ਤੈਨੂੰ ਛੱਡ ਕੇ ਹੋਰ ਕਿਸੇ ਧਿਆਨ ਨੂੰ ਧਰਦੇ ਨੇ। ਬਹਿਸ ਬਾਦਨ ਤੇ ਮਰਹੀ। ਬਸ ਉਹ ਬਹਿਸ ਬਾਦ ਚ ਪੈ ਰਹਿੰਦੇ ਨੇ। ਉਹ ਕੌਣ ਹੁੰਦੇ ਨੇ? ਉਹ ਹੁੰਦੇ ਨੇ ਵਿਦਵਾਨ, ਬਾਦੀ। ਉਹ ਵਿਦਵਾਨ ਹੁੰਦੇ ਨੇ, ਪੰਡਤ ਹੁੰਦੇ ਨੇ। ਬਾਦ ਚ ਪੈਣ ਵਾਲੇ ਪੰਡਤ ਨੇ। ਧਿਆਨ ਹੋਰ ਹੁੰਦਾ ਉਹਨਾਂ ਦਾ ਧਿਆਨ ਹੋਰ ਕਿਤੇ ਹੁੰਦਾ। ਸੱਚ ਅੰਤਰ ਧਿਆਨ ਤਾਂ ਹੁੰਦਾ ਹੀ ਨਹੀਂ, ਬਾਹਰ ਧਿਆਨ ਹੁੰਦਾ ਉਹਨਾਂ ਦਾ। ਅੰਤਰ ਧਿਆਨ ਨਹੀਂ ਨੇ ਕੋਈ ਵੀ ਹੁੰਦਾ, ਸਭ ਬਾਹਰ ਧਿਆਨ ਵਾਲੇ ਹੁੰਦੇ ਨੇ। ਇਹ ਅੰਤਰ ਧਿਆਨੀ ਨੇ, ਉਹ ਬਾਹਰ ਧਿਆਨੀ ਨੇ। ਬਹਿਸ ਬਾਦਨ ਤੇ ਮਰਹੀ। ਖੋਜੀ ਉਪਜੇ ਬਾਦੀ ਬਿਨਸੇ, ਉਹ ਬਾਦੀ ਨੇ। ਬਾਦੀ ਕੌਣ ਹੈ? ਪੰਡਤ ਬਾਦੀ ਹੈ। ਬਾਦੀ ਕੌਣ ਹੈ? ਇਹ ਮੁਸਲਮਾਨ ਦਾ ਕਾਜੀ ਬਾਦੀ ਹੈ, ਮੁੱਲਾ ਬਾਦੀ ਹੈ। ਕਬੀਰ ਕੀ ਕਹਿੰਦਾ? ਹਮਾਰਾ ਝਗੜਾ ਰਹਾ ਨਾ ਕਹੂ, ਪੰਡਤ ਮੁੱਲਾ ਛਾੜੇ ਦੋ। ਪੰਡਤ ਮੁੱਲਾ ਬਾਦੀ ਨੇ। ਐਸੇ ਸਿੱਖ ਵਿਦਵਾਨ ਵੀ ਪੰਡਤ ਨੇ, ਕੁਝ ਮੁੱਲਾ ਨੇ। ਇਹਨਾਂ ਚੋਂ ਜਿਹੜੇ ਬਾਦੀ ਨੇ ਨਾ, ਕੋਈ ਮੁੱਲਾ ਦੇ ਚੇਲੇ ਨੇ, ਕੋਈ ਪੰਡਤ ਦੇ ਚੇਲੇ ਨੇ। ਕਿ ਜੇ ਕੱਲੇ ਪੰਡਤ ਦੇ ਚੇਲੇ, ਪੰਡਤ ਕੱਲੇ ਵੀ ਲੜਦੇ ਆਪਸ ਵਿੱਚ ਹੀ, ਬਾਦੀ ਹੋ ਜਾਂਦੇ ਨੇ। ਮੁੱਲਾ ਵੀ ਬਾਦੀ ਨੇ ਆਪਸ ਵਿੱਚ ਹੀ। ਇਹ ਵਿਦਵਾਨਾਂ ਤੱਕ ਕੇ ਸੀਮਤ ਨੇ, ਬਾਦ ਵਿਦਵਾਨ ਤੱਕ ਸੀਮਤ ਹੈ। ਕਿਸੇ ਸਿੱਟੇ ਤੇ ਨਾ ਪਹੁੰਚਿਆ। ਜਿਹੜਾ ਆਦਮੀ ਕਿਸੇ ਸਿੱਟੇ ਤੇ ਨਹੀਂ ਪਹੁੰਚਿਆ, ਬਾਦ ਖੜਾ ਕਰਦਾ। ਜਿਹੜਾ ਸਿੱਟੇ ਤੇ ਪਹੁੰਚਿਆ ਦੱਸਦਾ ਹੁੰਦਾ ਵੀ ਆਹ ਗੱਲ। ਸਿੱਟੇ ਤੇ ਪਹੁੰਚਿਆ ਤਾਂ ਦੱਸਦਾ ਹੁੰਦਾ ਵੀ ਆਹ ਗੱਲ ਹੈ ਅਸਲ ਦੇ ਵਿੱਚ। ਇਹ ਦੂਏ ਨੇ ਜਿਹੜੇ ਉਹ ਸ਼ੰਕਾਵਾਂ ਖੜੀਆਂ ਕਰ ਦਿੰਦੇ, ਦੱਸਦੇ ਕੁਝ ਵੀ ਨਹੀਂ ਹੁੰਦੇ। ਦੱਸਣ ਨੂੰ ਨਹੀਂ ਕੁਝ ਹੁੰਦਾ ਉਹਨਾਂ ਕੋਲ, ਸ਼ੰਕਾਵਾਂ ਖੜੀਆਂ ਕਰਨ ਨੂੰ ਹੁੰਦੀਆਂ ਨੇ।
ਇਹ ਸਾਰੇ ਸ਼ੰਕਾਵਾਂ ਹੀ ਖੜੀਆਂ ਕਰਦੇ ਨੇ, ਦੱਸਣ ਨੂੰ ਕੁਝ ਨਹੀਂ ਹੈ ਇਹਨਾਂ ਕੋਲ। ਦੱਸਿਆ ਕੁਝ ਵੀ ਨਹੀਂ ਇਹਨਾਂ ਨੇ, ਨਾ ਦੱਸਣ ਨੂੰ ਕੁਝ ਹੈ ਇਹਨਾਂ ਕੋਲ। ਹਮ ਇਹ ਕਾਜ ਜਗਤ ਮੋਹ ਆਏ, ਹਮ ਇਹ ਕਾਜ ਜਗਤ ਮੋਹ ਹੈ। ਇਸ ਕੰਮ ਵਾਸਤੇ ਅਸੀਂ ਜਨਮ ਲਿਆ। ਧਰਮ ਹੇਤ ਗੁਰਦੇਵ ਪਠਾਏ, ਸਾਨੂੰ ਗੁਰਦੇਵ ਨੇ ਧਰਮ ਵਾਸਤੇ ਭੇਜਿਆ, ਧਰਮ ਚਲਾਉਣ ਵਾਸਤੇ ਭੇਜਿਆ, ਧਰਮ ਨੂੰ ਸਥਾਪਿਤ ਕਰਨ ਵਾਸਤੇ ਭੇਜਿਆ। ਹਾਂਜੀ, ਜਹਾਂ ਤਹਾਂ ਤੁਮ ਧਰਮ ਵਿਥਾਰੋ, ਜਿੱਥੇ ਜਿੱਥੇ ਵੀ ਜਾਓਗੇ ਧਰਮ ਦਾ ਵਿਸਥਾਰ ਕਰੋ। ਧਰਮ ਹੇਤ ਗੁਰਦੇਵ ਪਠਾਏ, ਹਮੇ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ। ਮੈਂ ਇਸ ਕੰਮ ਸੰਸਾਰ ਚ ਆਇਆ ਧਰਮ ਵਾਸਤੇ, ਗੁਰਦੇਵ ਨੇ ਮੈਨੂੰ ਭੇਜਿਆ। ਜਹਾਂ ਤਹਾਂ ਤੁਮ ਧਰਮ ਵਿਥਾਰੋ, ਜਹਾਂ ਤਹਾਂ ਤੁਮ ਧਰਮ ਵਿਥਾਰੋ। ਜਿੱਥੇ ਕਿਤੇ ਵੀ ਜਾਓਗੇ ਤੁਸੀਂ ਧਰਮ ਦਾ ਵਿਸਥਾਰ ਕਰਨਾ। ਧਰਮ ਦਾ ਵਿਸਥਾਰ ਕਰਨਾ, ਧਰਮ ਇਹਦਾ ਮਤਲਬ ਹੈ ਵਿਸਥਾਰ ਕਰਨਾ। ਪਹਿਲਾਂ ਵੀ ਧਰਮ ਤਾਂ ਹੈਗਾ, ਹੋਰ ਵਿਸਥਾਰ ਕਰਨਾ, ਵਧਾਉਣਾ, ਉਹਨੂੰ ਮਜ਼ਬੂਤ ਕਰਨਾ, ਧਰਮ ਨੂੰ ਦੂਰ ਦੂਰ ਫੈਲਾਉਣਾ, ਧਰਮ ਨੂੰ ਵਿਥਾਰੋ। ਦੁਸ਼ਟ ਦੋਖੀਆਂ ਪਕੜ ਪਛਾਰੋ, ਜਿਹੜੇ ਧਰਮ ਦੇ ਰਾਹ ਦੇ ਵਿੱਚ ਰੁਕਾਵਟਾਂ ਪੈਦਾ ਕਰਦੇ ਨੇ, ਸੱਚ ਦੇ ਲੋਕਾਂ ਨੂੰ ਉਲਟੇ ਰਸਤੇ ਪਾਉਂਦੇ ਨੇ, ਲੋਕਾਂ ਦਾ ਜਿਹੜਾ ਜੀਵਨ ਹੈ ਉਹ ਖਰਾਬ ਕਰਦੇ ਨੇ, ਉਹਨਾਂ ਨੂੰ ਪਛਾੜੋ। ਉਹਨਾਂ ਨਾਲ ਚਰਚਾ ਕਰਕੇ, ਗਿਆਨ ਚਰਚਾ ਕਰਕੇ ਉਹਨਾਂ ਨੂੰ ਝੂਠੇ ਸਾਬਤ ਕਰੋ। ਪਕੜ ਪਛਾੜੋ ਦਾ ਮਤਲਬ ਹੈ ਕਿ ਉਹਨਾਂ ਨੂੰ ਸਮਝਾਓ ਜਾਂ ਫਿਰ ਉਹਨਾਂ ਨੂੰ ਨੰਗੇ ਕਰੋ ਪਬਲਿਕ ਦੇ ਵਿੱਚ ਵੀ ਇਹ ਤੁਸੀਂ ਕੀ ਕਰਦੇ ਹੋ। ਧਰਮ ਦੀ ਗੱਲ ਕਰਨੀ ਹੈ ਤਾਂ ਸੱਚੇ ਧਰਮ ਦੀ ਗੱਲ ਕਰੋ ਨਾ, ਜਿਹਦੇ ਨਾਲ ਲੋਕਾਂ ਨੂੰ ਕੋਈ ਫਾਇਦਾ ਹੋਵੇ, ਪ੍ਰਾਪਤੀ ਹੋਵੇ। ਉਲਟਾ ਪ੍ਰਚਾਰ ਕਿਉਂ ਕਰਦੇ? ਯਾਹੀ ਕਾਜ ਧਰਾ ਹਮ ਜਨਮ, ਯਾਹੀ ਕਾਜ ਧਰਾ ਹਮ ਜਨਮ। ਸਾਡੇ ਜਨਮ ਲੈਣ ਦਾ ਕੇਵਲ ਹੀ ਕਾਰਨ ਹੈ, ਹੋਰ ਕੁਝ ਵੀ ਨਹੀਂ। ਮਨੋਰਥ ਇਹੀ ਹੈ, ਹੋਰ ਕੋਈ ਮਨੋਰਥ ਨਹੀਂ ਸਾਡੇ ਜਨਮ ਲੈਣ ਦਾ। ਧਰਮ ਵਿਥਾਰੋ ਦਾ ਹੈ। ਧਰਮ ਵਿਥਾਰੋ, ਦੁਸ਼ਟ ਦੋਖੀਆਂ ਨੂੰ ਪਕੜ ਪਛਾੜੋ। ਯਾਹੀ ਕਾਜ ਧਰਾ ਹਮ ਜਨਮ, ਸਮਝ ਲਿਓ ਸਾਧੂ ਸਭ ਮਨਮੰ। ਸਾਰੇ ਗੁਰਮੁਖ ਜਿੰਨੇ ਲੋਕ ਨੇ, ਚੰਗੇ ਆਦਮੀ ਨੇ, ਜਿੰਨੇ ਸਾਧੂ ਸੁਭਾਅ ਵਾਲੇ ਨੇ, ਇਹ ਗੱਲ ਪੱਕੀ ਮੰਨ ਲਿਓ। ਹੋਰ ਕੋਈ ਸਾਡਾ ਮਤਲਬ ਨਹੀਂ ਹੈ ਕੋਈ ਰਾਜ ਖੋਣਾ ਕਿਸੇ ਦਾ, ਜਾਂ ਕੁਝ ਹੋਰ ਪਰਪੰਚ ਚਲਾਉਣਾ, ਇਹ ਸਾਡਾ ਕੋਈ ਮਤਲਬ ਨਹੀਂ, ਮਨੋਰਥ ਨਹੀਂ। ਸਮਝਿਆ ਨਹੀਂ? ਸਿਰਫ ਆਹੀ ਇੰਨਾ ਹੀ ਮਨੋਰਥ ਹੈ। ਹਾਂਜੀ, ਧਰਮ ਚਲਾਵਨ ਸੰਤ ਉਭਾਰਨ, ਇੱਕ ਕੰਮ ਧਰਮ ਚਲਾਉਣਾ, ਤੇ ਜਿਹੜੇ ਸੰਤ ਨੇ ਜਿੰਨੇ ਕੁ ਤਾਂ ਉਹ ਆ ਗਏ ਬਾਹਰ ਮਾਇਆ ਤੋਂ, ਉਹਨੇ ਕੁ ਤਾਂ ਆ ਗਏ ਹੋਰ ਉਹਨਾਂ ਨੂੰ ਮਾਇਆ ਤੋਂ ਬਾਹਰ ਕੱਢਣਾ, ਉਭਾਰਨਾ, ਹੋਰ ਉੱਤੇ ਨੂੰ ਉਹਨਾਂ ਦੀ ਸੁਰਤ ਨੂੰ ਉੱਚੀ ਚੱਕਣਾ ਮਾਇਆ ਤੋਂ, ਤਾਂ ਕਿ ਮਾਇਆ ਤੋਂ ਉੱਪਰ ਬਾਹਰ ਨਿਕਲ ਜਾਣ, ਉੱਪਰ ਉੱਠ ਜਾਣ। ਮਾਇਆ ਤੋਂ ਉੱਪਰ ਉਠਾਉਣ ਵਾਸਤੇ ਜਿਹੜੇ ਉੱਠਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਉੱਠਣਾ ਚਾਹੁੰਦੇ ਨੇ ਮਾਇਆ ਤੋਂ ਉੱਪਰ, ਉਹ ਸੰਤ ਨੇ। ਉਹਨਾਂ ਨੂੰ ਹੋਰ ਉਭਾਰਨ ਵਾਸਤੇ ਦੁਸ਼ਟ ਸਭਨ ਕੋ ਮੂਲ ਅਪਾਰਨ, ਜਿਹੜਾ ਉਹਨਾਂ ਨੂੰ ਥੱਲੇ ਨੂੰ ਧਸਾਉਣਾ ਚਾਹੁੰਦੇ ਨੇ, ਖਿੱਚ ਉਹਨਾਂ ਦੀਆਂ ਲੱਤਾਂ ਖਿੱਚਦੇ ਨੇ ਸੰਤਾਂ ਦੀਆਂ ਉੱਤੇ ਨੂੰ ਜਾਣ ਤੇ, ਦੁਸ਼ਟ ਉਹਨਾਂ ਦਾ ਜੜ ਪੱਟਣ ਵਾਸਤੇ, ਮੂਲ ਉਪਾਰਨ, ਉਹਨਾਂ ਦੁਸ਼ਟਾਂ ਦੀ ਜੜ ਪੱਟਣ ਵਾਸਤੇ। ਇਹ ਸਾਡਾ ਮਨੋਰਥ ਹੈ। ਜੇ ਜੇ ਭਏ ਪਹਿਲ ਅਵਤਾਰਾ, ਜਿਹੜੇ ਜਿਹੜੇ ਪਹਿਲਾਂ ਅਵਤਾਰ ਹੋਏ ਨੇ, ਜਿਨ੍ਹਾਂ ਨੇ ਪਹਿਲਾਂ ਜਨਮ ਲਿਆ ਇਸ ਕੰਮ ਵਾਸਤੇ ਹੀ, ਜਨਮ ਦਾ ਅਵਤਾਰ ਲੈਂਦਾ ਹੁੰਦਾ ਧਰਮ ਚਲਾਉਣ ਵਾਸਤੇ ਹੀ। ਬਾਅਦ ਦੇ ਵਿੱਚ ਚਲਾਉਂਦਾ ਹੈ, ਕਿਹਾ ਜਾਂ ਚਲਾਉਂਦਾ ਹੈ, ਕਿਹਾ ਜਾਂ ਨਹੀਂ ਚਲਾਉਂਦਾ, ਬਾਅਦ ਦੀ ਗੱਲ ਹੈ। ਆਪ ਆਪ ਤਿਨ ਜਾਪ ਉਚਾਰਾ, ਆਪਣਾ ਆਪਣਾ ਉਹਨਾਂ ਨੇ ਬੁੱਧੀ ਅਨੁਸਾਰ ਜਾਪ ਉਚਾਰਿਆ, ਆਪਣੇ ਆਪ ਨੂੰ ਜ਼ਿਆਦਾ ਹਾਈਲਾਈਟ ਕੀਤਾ। ਪ੍ਰਭ ਦੋਖੀ ਕੋਈ ਨਾ ਵਿਦਾਰਾ, ਜਿਹੜੇ ਪ੍ਰਭ ਦੋਖੀ ਸੀ ਨਾ, ਉਲਟੀਆਂ ਮੱਤਾਂ ਵਾਲੇ, ਉਹਨਾਂ ਤੇ ਪ੍ਰਹਾਰ ਨਹੀਂ ਕੀਤਾ ਕਿਸੇ ਨੇ। ਪ੍ਰਭ ਦੋਖੀ ਕੋਈ ਨਾ ਵਿਦਾਰਾ, ਹਾਂ, ਉਹਨਾਂ ਤੇ ਪ੍ਰਹਾਰ ਨਹੀਂ ਹੈ। ਸ਼ਾਸਤਰਾਂ 'ਚ ਕਿਸੇ ਤੇ ਪ੍ਰਹਾਰ ਨਹੀਂ ਹੈ, ਗੀਤਾ 'ਚ ਕਿਸੇ ਤੇ ਪ੍ਰਹਾਰ ਨਹੀਂ ਹੈ। ਦੋਖੀਆਂ ਤੇ, ਦੋਖੀ ਤਾਂ ਆਪ ਨੇ ਪ੍ਰਹਾਰ ਕਿਤੇ ਤੇ ਕਰਨਾ। ਸੱਚ ਪ੍ਰਹਾਰ ਕਰਦਾ ਹੁੰਦਾ ਝੂਠ ਤੇ, ਜਿਹੜਾ ਆਵੇ ਝੂਠ ਹੈ ਉਹਨੇ ਕਿਸੇ ਤੇ ਪ੍ਰਹਾਰ ਕੀ ਕਰਨਾ।
ਧਰਮ ਕਰਨ ਕੋ ਰਹਾ ਨ ਡਾਰਾ। ਧਰਮ ਕਰਮ ਦੇ ਰਾਹ ਕਿਸੇ ਨੇ ਨਹੀਂ ਡਾਰਿਆ। ਸੱਚ ਦੇ ਰਾਹ, ਧਰਮ ਕਰਮ ਦਾ ਮਤਲਬ ਇੱਥੇ ਸੱਚ ਕਹਾਂਗੇ। ਧਰਮ ਤਾਂ ਸਾਰੇ ਧਰਮ ਨੇ, ਸੱਚ ਧਰਮ ਦੇ ਰਾਹ ਨਹੀਂ ਕਿਸੇ ਨੇ ਪਾਇਆ। ਸੱਚ ਧਰਮ ਦੀ ਗੱਲ ਨਹੀਂ ਕੋਈ ਕਰਦਾ। ਧਰਮ ਹੁੰਦਾ ਹੀ ਸੱਚ ਹੈ, ਇੱਕੋ ਧਰਮ ਹੈ, ਉਹ ਹੈ ਸੱਚ। ਜੇ ਗੌਂਸ ਅੰਬੀਆ ਸੱਚ ਸਾਰੇ ਧਰਮਾਂ ਤੋਂ ਹੀ ਬਚ ਗਿਆ, ਸੱਚ ਨਹੀਂ ਪਕੜ ਜਾਇਆ ਕਿਸੇ ਨੇ।